ਸ੍ਰੀ ਵਾਹਿਗੁਰੂ ਸਾਹਿਬ ਜੀਓ। हे ਪ੍ਰਾਣਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ। हे ਸੰਸਾਰ ਤਾਪ ਹਰਣ ਹੈ, ਕਰੁਣਾ ਮੈਂ ਸਭ ਦੁੱਖ ਹਰੋ। हे ਸਰਣ ਜੋਗ ਦਇਆਲੈ ਹੈ, ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮਏ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੈ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸਾਮਤ ਦੇਹੁ ਦਇਆਲ ਪ੍ਰਭ, ਜਿਤ ਤੁਮਹਿ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਦਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰ, ਨਮੋ ਸਰਬ ਭੀਤੰ, ਨਮੋ ਸਰਬ ਰੋਗੇ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਨਿਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਤੇ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਹਾਜ਼ਰੀ ਅੰਦਰ ਧੰਨ ਬਾਬਾ ਜਵਾਹਰ ਦਾਸ ਜੀ ਦੇ ਪਵਿੱਤਰ ਸਥਾਨ ਉੱਪਰ ਬੜੇ ਪ੍ਰੇਮ ਦੇ ਨਾਲ ਕਲਗੀਧਰ ਜੀ ਦੀ ਸ਼੍ਰੀ ਮੁਖਵਾਕ ਬਾਣੀ ਅਜ਼ੀਜ਼ ਰਚਨਾ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਸ਼ਰਵਣ ਕਰਦੇ ਆ ਰਹੇ ਹੋ। ਤਕਰੀਬਨ 68 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ। ਪਿੱਛੇ ਜੋ ਕਥਾ ਦੀ ਸਮਾਪਤੀ ਵਾਲੀਆਂ ਪੌੜੀਆਂ ਸੀ ਉਹ ਇਹ ਸਨ ਕਿ ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਜਿਸ ਦੇ ਕੁਝ ਅਰਥ ਰਹਿੰਦੇ ਸਨ। ਨਾਲ ਆਪਾਂ ਨਵੀਂ ਕਥਾ ਵੀ ਆਰੰਭ ਕਰਨੀ ਹੈ ਇਸ ਤੋਂ ਅੱਗੇ 68 ਪੌੜੀਆਂ ਤੋਂ। ਨਮੋ ਰੋਖ ਰੋਖੇ ਦਾ ਅਰਥ ਜੋ ਸਤਿਪੁਰਸ਼ ਕਰਦੇ ਨੇ ਕਿ ਹੇ ਅਕਾਲ ਪੁਰਖ ਤੂੰ ਰੋਖ, ਕ੍ਰੋਧ ਦੇ ਵਿੱਚ ਰੋਖ ਕ੍ਰੋਧ ਸਰੂਪ ਹੈ। ਕਿਉਂ ਸ੍ਰੀ ਜਾਪ ਸਾਹਿਬ ਦੀ ਬਾਣੀ ਦੇ ਵਿੱਚ ਜਿੰਨੇ ਰੂਪ ਮੰਨੇ ਨੇ ਉਹ ਸਾਰੇ ਵਾਹਿਗੁਰੂ ਦੇ ਮੰਨੇ ਨੇ।
ਭਾਵੇਂ ਦੁੱਖ ਹੈ, ਭਾਵੇਂ ਸੁੱਖ ਹੈ, ਭਾਵੇਂ ਖੁਸ਼ੀ ਹੈ, ਭਾਵੇਂ ਗਮੀ ਹੈ, ਭਾਵੇਂ ਜੰਮਣਾ ਹੈ, ਭਾਵੇਂ ਮਰਨਾ ਹੈ, ਹਰ ਜਗ੍ਹਾ ਵਾਹਿਗੁਰੂ ਨੂੰ ਰੱਖਿਆ ਗਿਆ ਹੈ, ਦੇਖਿਆ ਗਿਆ ਹੈ। ਤਾਂ ਜੇ ਸਰਬ ਰੂਪ ਕਰਕੇ ਅਰਥ ਕਰੀਏ ਵੀ ਸਾਰੇ ਰੂਪ ਤੇਰੇ ਹੀ ਨੇ, ਤਾਂ ਕ੍ਰੋਧ ਦੇ ਵਿੱਚ ਭਾਵ ਰੋਖ ਦੇ ਵਿੱਚ ਰੋਖੇ ਕ੍ਰੋਧ ਸਰੂਪ ਹੋ ਕੇ ਬਰਾਜਣ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਕਿਉਂਕਿ ਕ੍ਰੋਧ ਉਸ ਸਰੀਰ 'ਚ ਪੈਦਾ ਹੁੰਦਾ ਜਿਸ ਸਰੀਰ ਦੇ ਵਿੱਚ ਆਤਮਾ ਬੈਠੀ ਹੋਵੇ, ਚੇਤਨ ਸੱਤਾ ਬੈਠੀ ਹੋਵੇ। ਅਤੇ ਜੇ ਚੇਤਨ ਸੱਤਾ ਹੀ ਨਿਕਲ ਗਈ, ਆਤਮਾ ਹੀ ਨਿਕਲ ਗਈ, ਸਰੀਰ ਵੀ ਉੱਥੇ ਹੀ ਹੈ, ਦਿਮਾਗ ਵੀ ਉੱਥੇ ਹੀ ਹੈ, ਅੱਖਾਂ ਵੀ ਉੱਥੇ ਹੀ ਹੈ, ਨੱਕ ਵੀ ਉੱਥੇ ਹੀ ਹੈ, ਹੱਥ ਵੀ ਉਸੇ ਸਰੀਰ 'ਚ ਹੀ ਨੇ, ਜਾਇਦਾਦ ਵੀ ਉੱਥੇ ਹੀ ਹੈ, ਪਰਿਵਾਰ ਵੀ ਉੱਥੇ ਹੀ ਹੈ। ਹੁਣ ਕਿਉਂ ਨਹੀਂ ਕ੍ਰੋਧ ਪੈਦਾ ਹੁੰਦਾ? ਹੁਣ ਕਿਉਂ ਨਹੀਂ ਮੋਹ ਪੈਦਾ ਹੁੰਦਾ? ਹੁਣ ਕਿਉਂ ਨਹੀਂ ਲੋਭ ਪੈਦਾ ਹੁੰਦਾ? ਤਾਂ ਜੇ ਬਰੀਕੀ ਦੀ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਵੇ ਤਾਂ ਜਿਹੜੇ ਫੁਰਨੇ ਨੇ ਇਹਨਾਂ ਨੂੰ ਵੀ ਉੱਠਣ ਦੀ ਤਾਕਤ ਵਾਹਿਗੁਰੂ ਤੋਂ ਹੀ ਮਿਲਦੀ ਹੈ। ਅਤੇ ਫੁਰਨੇ ਜਿਹੜੇ ਨੇ ਉਹ ਕਰਮਾਂ ਦੇ ਸੰਸਕਾਰਾਂ ਅਨੁਸਾਰ ਕੋਈ ਚੰਗੇ ਉੱਠਦੇ ਨੇ ਅਤੇ ਕੋਈ ਮੰਦੇ ਉੱਠਦੇ ਨੇ। ਇਸ ਕਰਕੇ ਕ੍ਰੋਧ ਦੇ ਵਿੱਚ ਵੀ ਕ੍ਰੋਧ ਸਰੂਪ ਹੋ ਕੇ ਬੈਠਣ ਵਾਲਾ, ਜਿਵੇਂ ਮਹਾਰਾਜ ਕਹਿੰਦੇ ਨਾ, ਬਿਸਾ ਲਾਲ ਨੈਨੰ ਮਹਾਰਾਜ ਸੋਹੰ ਢਿਗੰ ਅੰਸ ਮਾਲੰ ਹਸੰ ਕੋਟ ਕਰੋਹੰ। ਜਾਂ ਨਮੋ ਰੋਖ ਰੋਖੇ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਆਪ ਜੀ ਕ੍ਰੋਧ ਨੂੰ ਵੀ ਕ੍ਰੋਧ ਸਰੂਪ, ਜਿਵੇਂ ਪਿੱਛੇ ਆਇਆ ਸੀ ਨਾ ਨਮੋ ਰੋਗ ਰੋਗੇ, ਰੋਗ ਨੂੰ ਵੀ ਰੋਗ ਰੂਪ ਹੋ ਕੇ ਟੱਕਰਨ ਵਾਲਾ, ਰੋਗ ਨੂੰ ਵੀ ਖਤਮ ਕਰਨ ਵਾਲਾ, ਉਹ ਕਿ ਰੋਗਾਂ ਦਾ ਵੀ ਰੋਗ। ਇਸੇ ਤਰ੍ਹਾਂ ਕ੍ਰੋਧਾਂ ਦਾ ਵੀ ਕ੍ਰੋਧ, ਕ੍ਰੋਧ ਨੂੰ ਕੌਣ ਖਤਮ ਕਰਦਾ ਹੈ? ਤਾਂ ਕ੍ਰੋਧ ਦਾ ਵੀ ਕ੍ਰੋਧ ਕੌਣ ਹੈ? ਉਹ ਵਾਹਿਗੁਰੂ ਪਰਮੇਸ਼ਰ ਨਾਸਕ ਮੰਨਿਆ ਗਿਆ, ਕ੍ਰੋਧ ਨੂੰ ਖਤਮ ਕਰਨ ਵਾਲਾ। ਜਿਵੇਂ ਕ੍ਰੋਧ ਜੀਵਾਂ ਦੇ ਹਿਰਦੇ ਨੂੰ ਸਾੜਦਾ ਹੈ, ਨਾਸ਼ ਕਰਦਾ ਹੈ, ਇਸੇ ਪ੍ਰਕਾਰ ਪਰਮੇਸ਼ਰ ਜਿਹੜਾ ਵਾ ਉਹ ਕ੍ਰੋਧ ਦਾ ਨਾਸ਼ ਕਰ ਦਿੰਦਾ। ਇਸ ਕਰਕੇ ਕ੍ਰੋਧ ਦਾ ਵੀ ਕ੍ਰੋਧ ਆ ਬਈ। ਜਾਂ ਹੇ ਅਕਾਲ ਪੁਰਖ, ਜੇ ਰੋਖ ਦਾ ਅਰਥ ਕਰੀਏ ਵੀਰ ਰਸ ਜੋਸ਼, ਤਾਂ ਵੀਰ ਰਸ ਜੋਸ਼ ਨੂੰ ਧਾਰ ਕੇ ਰੋਖੇ ਜੋਸ਼ੀਲਾ ਉਤਸ਼ਾਹ ਸਰੂਪ ਧਾਰਨ ਕਰਨ ਵਾਲਾ ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ ਹੈ। ਉਤੋਂ ਵੱਡਾ ਕੋਈ ਜੋਸ਼ ਵਾਲਾ ਨਹੀਂ, ਵੀਰ ਰਸ ਵਾਲਾ ਨਹੀਂ। ਐਸੇ ਵਾਹਿਗੁਰੂ ਨੂੰ ਨਮਸਕਾਰ ਹੈ। ਅਤੇ ਜੇ ਰੋਖ ਦਾ ਅਰਥ ਹੋਰ ਕਰੀਏ ਕਿ ਹੇ ਅਕਾਲ ਪੁਰਖ ਜੀ, ਤੂੰ ਤਾਂ ਸਾਰੇ ਰੁੱਖਾਂ ਦੇ ਵਿੱਚੋਂ, ਜੇ ਰੋਖ ਦਾ ਅਰਥ ਕਰੀਏ ਰੁੱਖ ਦਰਖਤ, ਤਾਂ ਸਾਰੇ ਰੁੱਖਾਂ ਦੇ ਵਿੱਚੋਂ ਸ੍ਰੇਸ਼ਟ ਰੁੱਖ ਕੀ ਕਲਪ ਬ੍ਰਿਸ਼ ਹੈ, ਜਿਹੜਾ ਭਾਵਨਾ ਪੂਰੀਆਂ ਕਰਨ ਵਾਲਾ ਹੈ। ਅਤੇ ਗੁਰਬਾਣੀ ਨੇ ਪਾਰ ਜਾਤ ਇਹੋ ਹਰਿ ਕੋ ਨਾਮ, ਵਾਹਿਗੁਰੂ ਦੇ ਨਾਮ ਨੂੰ ਕਲਪ ਬ੍ਰਿਕਸ਼ ਮੰਨਿਆ, ਪਾਰ ਜਾਤ ਮੰਨਿਆ ਹੈ। ਉਹ ਰੁੱਖ ਜਿਹਦੇ ਥੱਲੇ ਖੜ੍ਹ ਕੇ ਜੋ ਮਨ ਦੀ ਕਾਮਨਾ ਕਰੀਏ, ਫੁਰਨਾ ਕਰੀਏ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਪੂਰੀ ਕਰਦਾ ਹੈ। ਤਾਂ ਗੁਰਬਾਣੀ ਕਹਿੰਦੀ ਉਹ ਤਾਂ ਵਾਹਿਗੁਰੂ ਦਾ ਨਾਮ ਹੈ। ਇਸ ਕਰਕੇ ਰੁੱਖਾਂ ਦਾ ਰੁੱਖ ਕੀ ਹੈ? ਕਲਪ ਬ੍ਰਿਕਸ਼, ਭਾਵ ਵਾਹਿਗੁਰੂ ਜੀ ਦਾ ਨਾਮ, ਜਿਹੜਾ ਸਾਡੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਪੂਰੀਆਂ ਕਰਨ ਵਾਲਾ ਹੈ। ਐਸੇ ਵਾਹਿਗੁਰੂ ਤਾਂ ਹੀ ਨਮਸਕਾਰ ਹੈ। ਨਮੋ ਰੋਖ ਰੋਖੇ ਹੇ ਅਕਾਲ ਪੁਰਖ ਜੀ, ਨਮਸਕਾਰ ਹੈ। ਜਾਂ ਰੋਖ ਮੈਨੇ ਰੁੱਖਿਆਂ ਤੋਂ ਵੀ ਰੁੱਖਾ, ਕਿਉਂ? ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਨਾ ਭੀਜੈ ਤੀਰਥ ਭਵਿਆ ਨੰਗ, ਨਾ ਭੀਜੈ ਦਾਤੀ ਕੀਤੇ ਪੁੰਨ, ਨਾ ਭੀਜੈ ਬਾਹਰ ਬੈਠਿਆਂ ਸੁੰਨ, ਨਾ ਭੀਜੈ ਭੇੜ ਮਰੇ ਭਿੜ ਸੂਰ, ਨਾ ਭੀਜੈ ਕੀਤੇ ਹੋਵੈ ਤੋੜ, ਨਾ ਲੇਖਾ ਲਿਖੀਐ ਮਨ ਕੈ ਭਾਏ, ਨਾਨਕ ਭੀਜੈ ਸਾਚੈ ਨਾਏ। ਉਹ ਵਾਹਿਗੁਰੂ ਐਡਾ ਸੌਖਾ ਨਹੀਂ ਕਿਸੇ ਦੇ ਉੱਤੇ ਭੇਜਦਾ। ਉਹ ਭੇਜਦਾ ਹੈ ਜਦੋਂ ਵਿੱਚ ਮਨ ਸ਼ਾਮਲ ਹੋਵੇ, ਜਦੋਂ ਪ੍ਰੇਮ ਹੋਵੇ, ਪ੍ਰੇਮ ਦੇ ਨਾਲ ਉਹਦਾ ਕਰਮ ਕੀਤਾ ਜਾਵੇ, ਕੋਈ ਪੂਜਾ ਪਾਠ ਸੇਵਾ ਸਿਮਰਤ ਕੀਤਾ ਜਾਵੇ। ਅਤੇ ਜੇ ਵਿੱਚ ਮਨ ਸ਼ਾਮਲ ਹੀ ਨਹੀਂ, ਐਵੇਂ ਪਖੰਡ, ਐਵੇਂ ਵਿਖਾਵਾ,
ਐਵੇਂ ਰੋਟੀਆਂ ਕਾਰਨ ਪੂਰੇ ਹਤਾਲ ਫੇਰ ਨਹੀਂ ਭਿੱਜਦਾ। ਇਸ ਕਰਕੇ ਉਹ ਰੁੱਖਿਆਂ ਤੋਂ ਵੀ ਰੁੱਖਾ ਹੈ। ਕਿਉਂ? ਉਹ ਭਿੱਜਦਾ ਸਿਰਫ ਪ੍ਰੇਮ ਦੇ ਨਾਲ। ਐਸੇ ਵਾਹਿਗੁਰੂ ਤਾਂ ਹੀ ਨਮਸਕਾਰ ਹੈ। ਇਸੇ ਤਰ੍ਹਾਂ ਨਮੋ ਸੋਖ ਸੋਖੇ, ਹੇ ਅਕਾਲ ਪੁਰਖ ਜੀ, ਸੋਖ ਜਿਹੜੇ ਸੋਖਣੇ ਵਾਲੇ ਆ ਉਹ ਕੌਣ? ਪਵਨ, ਅੱਗ ਆਦਿਕ, ਤੂੰ ਉਹਨਾਂ ਨੂੰ ਵੀ ਸੋਖੇ ਸੁਕਾਉਣ ਵਾਲਾ ਹੈ। ਇਹ ਤੱਤ ਵੀ ਤੇਰੇ ਭੈ 'ਚ ਚੱਲਦੇ ਨੇ। ਭਾਵ ਬਲਸ਼ਾਲੀ ਮਨੁੱਖ ਹੋ ਗਏ, ਦੇਵ ਹੋ ਗਏ, ਦੈਂਤ ਹੋ ਗਏ, ਜਾਂ ਪਵਨ ਆਦਿਕ ਤੱਤ ਹੋ ਗਏ, ਜੋ ਆਪਦੇ ਤੋਂ ਮਾੜੇ ਨੂੰ ਜਾਂ ਦੂਸਰੇ ਨੂੰ ਭੈਭੀਤ ਕਰਦੇ ਆ, ਸਿਖਾਉਂਦੇ ਆ, ਡਰਾਉਂਦੇ ਆ, ਉਹਨਾਂ ਨੂੰ ਵੀ ਭੈਭੀਤ ਕਰਨ ਵਾਲਾ ਕੌਣ ਹੈ? ਵਾਹਿਗੁਰੂ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਇਸ ਕਰਕੇ ਮਹਾਰਾਜ ਕਹਿੰਦੇ ਨਮਸਕਾਰ ਹੈ ਜਿਹੜੇ ਸੋਖ ਮੈਨੇ ਸਿਖਾਉਣ ਵਾਲੇ ਆ, ਅਰਥਾਤ ਭਾਵ ਅਰਥ ਭੈਭੀਤ ਕਰਨ ਵਾਲੇ, ਉਹਨਾਂ ਨੂੰ ਵੀ ਸਿਖਾਉਣ ਵਾਲਾ ਹੈ, ਡਰਾਉਣ ਵਾਲਾ ਹੈ। ਐਸੇ ਵਾਹਿਗੁਰੂ ਜੀ ਦੇ ਤਾਂ ਹੀ ਮਹਾਰਾਜ ਕਹਿੰਦੇ ਨਮਸਕਾਰ ਹੈ। ਜਾਂ ਨਮੋ ਸੋਖ ਸੋਕੇ, ਸੋਖ ਦਾ ਅਰਥ ਕਰ ਦਈਏ ਸੋਕਾ, ਸੋਕਾ ਪੈ ਜਾਂਦਾ ਨਾ, ਉਹਨੂੰ ਸੋਖੇ। ਪਹਿਲੇ ਸੋਖ ਦਾ ਅਰਥ ਕਰਨਾ ਸੋਕਾ, ਉਹਨੂੰ ਸੋਖੇ, ਸੋਕੇ ਨੂੰ ਵੀ ਸੁਕਾਉਣ ਵਾਲਾ। ਇਹ ਅਕਾਲ ਪੁਰਖ ਤੂੰ ਤਾਂ ਸੋਕੇ ਨੂੰ ਵੀ ਸੁਕਾਉਣ ਵਾਲਾ ਹੈ। ਜਿਵੇਂ ਬਾਣੀ ਕਹਿੰਦੀ ਹੈ ਨਾ, ਸੂਕੇ ਹਰੇ ਕੀਏ ਖਿੰਨ ਮਾਹੇ, ਸੁੱਕਿਆਂ ਨੂੰ ਵੀ ਆਪ ਜੀ ਹਰੇ ਕਰਨ ਵਾਲੇ ਹੋ। ਤਾਂ ਐਸੇ ਵਾਹਿਗੁਰੂ ਜੀ ਨੂੰ ਨਮਸਕਾਰ ਹੈ। ਜਾਂ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਆਪ ਜੀ ਐਸੇ ਹੋ ਕਿ ਸੋਖ ਦਾ ਅਰਥ ਕਰ ਦੇਣਾ ਸ਼ੋਕ। ਹਰਕ ਸੋਗ ਹੁੰਦਾ ਨਾ, ਖੁਸ਼ੀ ਗਮੀ, ਸ਼ੋਕ ਗਮੀ। ਤਾਂ ਪਹਿਲੇ ਸੋਖ ਦਾ ਅਰਥ ਕਰ ਦਿੱਤਾ ਸ਼ੋਕ ਗਮੀ। ਉਹਨੂੰ ਸੋਖੇ, ਉਹਨੂੰ ਖਤਮ ਕਰਨ ਵਾਲੇ ਹੋ, ਦੁੱਖ ਨੂੰ ਮੇਟਣ ਵਾਲੇ ਹੋ, ਕਿਰਪਾ ਕਰਨ ਵਾਲੇ ਹੋ, ਚਿੰਤਾ ਨੂੰ ਖਤਮ ਕਰਨ ਵਾਲੇ ਹੋ, ਗਮੀ ਨੂੰ ਮਿਟਾਉਣ ਵਾਲੇ ਹੋ। ਐਸੇ ਵਾਹਿਗੁਰੂ ਜੀ ਦੇ ਤਾਂ ਹੀ ਮਹਾਰਾਜ ਕਹਿੰਦੇ ਨਮਸਕਾਰ ਹੈ। ਇੱਥੋਂ ਤੱਕ ਪਿਛਲੇ ਦੀਵਾਨਾਂ ਦੇ ਵਿੱਚ ਕਥਾ ਹੋ ਚੁੱਕੀ ਸੀ। ਪ੍ਰਸੰਗ ਨੂੰ ਜੋੜਨ ਵਾਸਤੇ ਇਹ ਕੁਝ ਵਿਚਾਰ ਸੰਖੇਪ 'ਚ ਦੁਬਾਰਾ ਕਰਨ ਦਾ ਯਤਨ ਕੀਤਾ ਹੈ। ਹੁਣ ਇਸ ਤੋਂ ਅੱਗੇ ਜਿਵੇਂ ਦੁਬਾਰਾ ਕਥਾ ਆਰੰਭ ਹੁੰਦੀ ਹੈ, ਉਹ ਇੱਥੋਂ ਆਰੰਭ ਹੁੰਦੀ ਹੈ। ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ। ਨਮੋ ਸਰਬ ਰੋਗੇ, ਨਮਸਕਾਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਜਿਹੜਾ ਸਰਬ ਰੋਗ ਰੂਪ ਹੈ। ਜਿੰਨੇ ਰੋਗ ਨੇ ਉਹਨਾਂ ਵਿੱਚ ਵੀ ਉਹੀ ਬੈਠਾ ਹੈ। ਤਾਂ ਆਪ ਜੀ ਹੈਰਾਨ ਹੋਵੋਗੇ, ਹੈ ਬਿਮਾਰੀ 'ਚ ਵੀ ਉਹੀ ਬੈਠਾ। ਤਾਂ ਬਿਮਾਰੀ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਲੱਗਦੀ ਬਈ, ਦੁੱਖ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਆਉਂਦਾ, ਅਤੇ ਸੁੱਖ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਆਉਂਦਾ। ਇਸੇ ਕਰਕੇ ਕਲਗੀਧਰ ਜੀ ਦੀ ਬਾਣੀ ਸਮਝਣੀ ਕਠਿਨ ਮੰਨੀ ਜਾਂਦੀ ਹੈ। ਸਰਬ ਰੂਪ ਹੋਣ ਕਰਕੇ ਵੀ ਸਭ ਕੁਝ ਉਹੀ ਹੈ। ਵੱਡੇ ਵੱਡੇ ਬੰਦੇ ਸੱਜਣ ਕਈ ਵਾਰੀ ਫਿਰ ਭੁਲੇਖਾ ਖਾ ਜਾਂਦੇ ਨੇ, ਅਤੇ ਕਈ ਵਾਰੀ ਜਾਣ ਬੁੱਝ ਕੇ ਤਰਕ ਕਰਨ ਲੱਗ ਪੈਂਦੇ ਨੇ। ਹਾਂ, ਬਿਮਾਰੀ ਵੀ ਉਹਦੇ ਹੁਕਮ 'ਚ ਹੀ ਹੈ। ਕਿਉਂ? ਗੁਰਬਾਣੀ ਦੇ ਅਨੁਸਾਰ ਹਰ ਬੰਦਾ ਰੋਗੀ ਆ। ਆਪਾਂ ਪੜ੍ਹਦੇ ਆ ਨਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਤੁਹਾਨੂੰ ਦਿਖਦਾ ਵਾ ਸਭ ਰੋਗੀ ਆ। ਹੁਣ ਹਰ ਬੰਦੇ 'ਚ ਕਾਮ ਕ੍ਰੋਧ ਰੂਪੀ ਰੋਗ ਬੈਠਾ ਹੈ। ਤਾਂ ਇਹ ਕਾਮ ਕ੍ਰੋਧ ਰੋਗ ਹਰੇਕ ਨੂੰ ਚਿੰਬੜਿਆ ਵਾ। ਰੋਗ ਦੁੱਖ ਸੁੱਖ ਆਦਿਕ ਤਿੰਨ ਤਰ੍ਹਾਂ ਦੇ ਮੰਨੇ ਨੇ, ਤਾਪ ਆਦਿ ਵਿਆਧੀ ਉਪਾਧੀ, ਕੋਈ ਨਾ ਕੋਈ ਹਰੇਕ ਨੂੰ ਚਿੰਬੜਿਆ। ਇਸ ਕਰਕੇ ਜਿਹੜਾ ਵੀ ਦਿਖਦਾ ਉਹੀ ਰੋਗੀ ਹੈ। ਕਿਹੜਾ ਬੰਦਾ ਜਿਹਦੇ 'ਚ ਵਿਕਾਰ ਨਹੀਂ ਹੈ, ਕਿਹੜਾ ਬੰਦਾ ਹੈ ਜਿਹਦੇ 'ਚ ਹਉਮੈ ਨਹੀਂ ਹੈ। ਤਾਂ ਸਰਬ ਰੋਗ ਰੂਪ ਵੀ ਪਰਮੇਸ਼ਰ ਹੀ ਹੈ। ਕਿਉਂਕਿ ਗੁਰਬਾਣੀ ਅਨੁਸਾਰ ਕਹੂੰ ਜੋਗ ਭੋਗੰ, ਕਹੂੰ ਰੋਗ ਰਾਗੰ, ਕਹੂੰ ਰੋਗ ਹਰਤਾ, ਕਹੂੰ ਭੋਗ ਤਿਆਗੰ। ਕਿਉਂਕਿ ਗੁਰਬਾਣੀ ਅਨੁਸਾਰ ਜਿਹੜਾ ਰੋਗ ਹੈ, ਦੁੱਖ ਹੈ, ਇਹ ਵਾਹਿਗੁਰੂ ਜੀ ਦਾ ਨਾਮ ਜਪਾਉਣ ਵਾਸਤੇ ਤੇ ਸੰਸਾਰ ਦੀ ਸੁੰਦਰਤਾ ਦਾ ਭੁਲੇਖਾ ਤੋੜਨ ਵਾਸਤੇ ਆਉਂਦਾ ਹੈ।
ਜਿਹੜਾ ਸੰਸਾਰ ਸਾਨੂੰ ਬਹੁਤ ਚੰਗਾ ਲੱਗਦਾ ਹੈ ਉਹ ਰੋਗ ਦੇ ਗਰਸਿਆਂ ਫਿਰ ਸਾਡਾ ਉਹਦੇ ਨਾਲ ਉਹ ਮਨ ਦਾ ਵਿਯੋਗ ਹੋਣਾ ਸ਼ੁਰੂ ਹੁੰਦਾ। ਅਸੀਂ ਵਿਰਾਗੀ ਹੋਣੇ ਸ਼ੁਰੂ ਹੁੰਦੇ ਹਾਂ ਵੀ ਲੋਕਾਂ ਨੂੰ ਤੇ ਆਪੋ ਆਪਣੀ ਪਈ ਹੈ, ਤੂੰ ਮੰਜੇ ਤੇ ਪਿਆ, ਤੇਰੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ। ਤਾਂ ਰੋਗ ਜਿਹੜਾ ਹੈ ਉਹ ਸੰਸਾਰ ਦੀ ਸੁੰਦਰਤਾ, ਰਾਸ, ਆਨੰਦ ਦਾ ਭੁਲੇਖਾ ਕੱਢਦਾ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਸਭ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਤਾਂ ਗੁਰਬਾਣੀ ਅਨੁਸਾਰ ਦੁੱਖ ਦਾਰੂ ਸੁਖ ਰੋਗ ਪਿਆ। ਦੁਨੀਆ ਦੇ ਜਿੰਨੇ ਗ੍ਰੰਥ ਨੇ ਉਹਨਾਂ 'ਚ ਕੀ ਲਿਖਿਆ ਵਾ ਕਿ ਸੁਖ ਚੰਗਾ ਹੈ ਤੇ ਦੁੱਖ ਮਾੜਾ ਹੈ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਦਾਂ ਦੀ ਹੈ ਜਿਹਦੇ 'ਚ ਲਿਖਿਆ ਨਹੀਂ ਦੁੱਖ ਦਵਾਈ ਹੈ, ਸੁਖ ਬਿਮਾਰੀ ਹੈ। ਭਾਵ ਸਰੀਰ ਨੂੰ ਥੋੜ੍ਹਾ ਬਹੁਤਾ ਦੁੱਖ ਦਿਓ, ਮਿਹਨਤ ਕਰੋ, ਕਸਰਤ ਕਰੋ, ਸੈਰ ਕਰੋ। ਇਹ ਸਰੀਰ ਯਾਤਰਾ ਕਰਨ ਵਾਸਤੇ ਮਿਲਿਆ ਹੈ। ਅਤੇ ਜੇ ਗੱਡੀ ਰਾਹ 'ਚ ਹੀ ਵਿਗੜ ਗਈ, ਨਾ ਉੱਧਰ ਜੋਗੇ ਨਾ ਇੱਧਰ ਜੋਗੇ, ਤਾਂ ਸਰੀਰ ਦੀ ਸੰਭਾਲ ਤਾਂ ਕਾਹਦੇ ਵਾਸਤੇ ਕਰਨੀ ਚਾਹੀਦੀ ਹੈ? ਇਸ ਕਰਕੇ ਕਰਨੀ ਚਾਹੀਦੀ ਹੈ ਕਿ ਇਹਦੇ ਨਾਲ ਇਹ ਮਨੁੱਖਾ ਜਨਮ ਰੂਪ ਯਾਤਰਾ ਕਰਨੀ ਹੈ। ਤਾਂ ਮਹਾਰਾਜ ਜੀ ਕੀ ਕਹਿੰਦੇ ਨੇ? ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਦਾਂ ਦੀ ਹੈ ਜਿਹੜੀ ਕਹਿੰਦੀ ਬਈ ਦੁੱਖ ਤਾਂ ਦਵਾਈ ਹੈ ਤੇ ਸੁੱਖ ਬਿਮਾਰੀ ਹੈ। ਜਾਂ ਫਿਰ ਮਹਾਰਾਜ ਜੀ ਦੱਸਦੇ ਨੇ ਵੀ ਨਾਮ ਜਿਹੜਾ ਹੈ ਉਹ ਦੁੱਖ ਕਰਕੇ ਵਿਰਾਗ ਪੈਦਾ ਹੁੰਦਾ, ਉਹਦੇ ਕਰਕੇ ਜਪਿਆ ਜਾਂਦਾ ਹੈ। ਜਿੰਨਾ ਚਿਰ ਵਿਰਾਗ ਪੈਦਾ ਨਹੀਂ ਹੁੰਦਾ ਉਹਨਾਂ ਚਿਰ ਵਾਹਿਗੁਰੂ ਦਾ ਨਾਮ ਨਹੀਂ ਕੋਈ ਜਪ ਸਕਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕੀ ਕਹਿੰਦੇ? ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੋਖਿਆ ਚੁੱਕਿਆ ਜਮ ਸਿਉ ਮੇਲ। ਇਸ ਕਰਕੇ ਦੁੱਖ ਰੋਗ ਰੂਪ ਵੀ ਪਰਮੇਸ਼ਰ ਹੀ ਹੈ, ਉਹਨੂੰ ਵੀ ਨਮਸਕਾਰ ਹੈ। ਜਾਂ ਫਿਰ ਨਮੋ ਸਰਬ ਭੋਗੇ, ਨਮੋ ਸਰਬ ਰੋਗੇ। ਜਿੱਥੇ ਰੋਗ ਰੂਪ ਉਹ ਹੈ, ਜੇ ਦੂਸਰਾ ਅਰਥ ਕਰੀਏ ਤਾਂ ਸਾਰੇ ਰੋਗਾਂ ਨੂੰ ਖਤਮ ਕਰਨ ਵਾਲਾ ਕੌਣ ਹੈ? ਰੋਗਾਂ ਨੂੰ ਮਿਟਾਉਣ ਵਾਲਾ ਕੌਣ ਹੈ? ਰੋਗੀ ਕਾ ਪ੍ਰਭ ਖੰਡਹੁ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਤਾਂ ਸਾਰੇ ਰੋਗਾਂ ਨੂੰ, ਹਰ ਪ੍ਰਕਾਰ ਦੇ ਰੋਗ ਨੂੰ ਖਤਮ ਕਰਨ ਵਾਲਾ ਵਾਹਿਗੁਰੂ ਹੈ। ਕਿਉਂਕਿ ਜਿਹੜੇ ਛੋਟੇ ਮੋਟੇ ਰੋਗ ਹੁੰਦੇ ਨੇ ਉਹ ਸਰੀਰ ਦੇ ਵਿੱਚ ਧਾਤੂ ਦੀ ਵਿਖਮਤਾ ਤੋਂ ਪੈਦਾ ਹੁੰਦੇ ਨੇ, ਉਹ ਖਤਮ ਹੋ ਜਾਂਦੇ ਨੇ। ਜਿੱਦਾਂ ਸਿਰ ਪੀੜ ਹੋਇਆ ਤੇ ਤੁਸੀਂ ਦਵਾਈ ਲੈ ਲਓ, ਬੁਖਾਰ ਚੜ੍ਹਿਆ ਤੇ ਬੁਖਾਰ ਦੀ ਦਵਾਈ ਲੈ ਲਓ। ਪਰ ਕਈ ਰੋਗ ਇੱਦਾਂ ਦੇ ਹੁੰਦੇ ਨੇ ਜਿਹੜੇ ਪਰਾਲਬਧ ਅਨੁਸਾਰ ਹੁੰਦੇ ਨੇ, ਉਹਨਾਂ ਉੱਤੇ ਫਿਰ ਦਵਾਈ ਅਸਰ ਨਹੀਂ ਕਰਦੀ। ਉਹ ਕੋਈ ਬਹੁਤਾ ਮਾੜਾ ਕਰਮ ਜਿਹੜਾ ਅੱਗੇ ਆ ਜਾਂਦਾ, ਉਹ ਛੇਤੀ ਕੀਤਿਆਂ ਫਿਰ ਕੱਟੇ ਨਹੀਂ ਜਾ ਸਕਦੇ ਹਨ। ਤਾਂ ਇਹੋ ਜਿਹੇ ਜਿਹੜੇ ਪਰਾਲਬਧ ਰੂਪੀ ਰੋਗ ਨੇ, ਪਰਾਲਬਧ ਤੋਂ ਪੈਦਾ ਹੋਣ ਵਾਲੇ ਰੋਗ ਨੇ, ਜਿੱਥੇ ਕੋਈ ਦਵਾਈ ਅਸਰ ਨਹੀਂ ਕਰਦੀ, ਕਿਸੇ ਉਹ ਤਰੀਕੇ ਦੇ ਨਾਲ ਠੀਕ ਨਹੀਂ ਹੁੰਦੇ, ਉਹ ਵੀ ਵਾਹਿਗੁਰੂ ਪਰਮੇਸ਼ਰ ਠੀਕ ਕਰ ਸਕਦਾ ਹੈ। ਇਸ ਕਰਕੇ ਉਹਨੂੰ ਸਰਬ ਸ਼੍ਰੋਮਣੀ ਮੰਨਿਆ ਗਿਆ ਹੈ। ਸਾਰੇ ਰੋਗਾਂ ਨੂੰ ਉਹ ਖਤਮ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਵਾਹਿਗੁਰੂ ਜੀ ਦੇ ਤਾਈਂ ਸਾਡੀ ਨਮਸਕਾਰ ਹੈ। ਨਮੋ ਸਰਬ ਭੋਗੇ। ਭੋਗ ਅਰਥ ਹੈ ਭੋਜਨ ਆਦਿਕ ਪਦਾਰਥ, ਜਿਹੜੀ ਚੀਜ਼ ਭੋਗੀ ਜਾਵੇ। ਤੇ ਭੋਗ ਦਾ ਅਰਥ ਪੰਜਾਬੀ ਦੇ ਵਿੱਚ ਆਪਾਂ ਇੱਦਾਂ ਵੀ ਕਰ ਲੈਂਦੇ ਹਾਂ ਵੀ ਫਲਾਨੀ ਚੀਜ਼ ਦਾ ਭੋਗ ਪਾਤਾ, ਸਮਾਪਤੀ, ਅੰਤ। ਜਾਂ ਪਦਾਰਥਾਂ ਦਾ ਆਨੰਦ, ਪਦਾਰਥਾਂ ਦਾ ਰਸ ਲੈਣਾ, ਵਿਸ਼ਿਆਂ ਦਾ ਰਸ ਲੈਣਾ, ਇਹਨੂੰ ਵੀ ਭੋਗ ਕਹਿ ਦਿੰਦੇ ਹਨ। ਇਹ ਜਿਹੜਾ ਸਾਡਾ ਸਰੀਰ ਹੈ ਇਹ ਭੋਗ ਵਾਸਤੇ, ਇਹਦੇ ਵਿੱਚ ਆਤਮਾ ਪ੍ਰਵੇਸ਼ ਕਰਦੀ ਆ। ਕਾਹਦਾ ਭੋਗ? ਕਿਸੇ ਚੀਜ਼ ਨੂੰ ਵਰਤਣਾ, ਉਹ ਦੁੱਖ ਵੀ ਹੋ ਸਕਦਾ ਤੇ ਸੁੱਖ ਵੀ। ਕਿਉਂ ਜਿਹੜਾ ਸਰੀਰ ਧਾਰੀ ਆ ਉਹਨੂੰ ਦੋ ਚੀਜ਼ਾਂ ਮਿਲਦੀਆਂ ਹੀ ਆ ਜ਼ਿੰਦਗੀ, ਦੁੱਖ ਵੀ ਮਿਲਣਾ ਤੇ ਸੁੱਖ ਵੀ ਮਿਲਣਾ ਹੈ।
ਤਾਂ ਆਪਣੇ ਭੋਗ ਦੁੱਖ ਤੇ ਸੁੱਖ ਨੂੰ ਭੋਗਣ ਵਾਸਤੇ ਆਤਮਾ ਜਿਹੜੀ ਹੈ ਉਹ ਕਰਮਾਂ ਦਾ ਫਲ ਨਿਬੇੜਨ ਵਾਸਤੇ ਸਰੀਰ ਦੇ ਵਿੱਚ ਆ ਜਾਂਦੀ ਹੈ। ਉਹਨੂੰ ਵੀ ਭੋਗ ਕਹਿ ਦਿੰਦੇ ਹਨ। ਤਾਂ ਹੇ ਅਕਾਲ ਪੁਰਖ ਜੀ, ਭੋਗੇ ਮੈਨੇ ਪਦਾਰਥ ਜਿੰਨੇ ਵੀ, ਇਹ ਪਦਾਰਥ ਸਰੂਪ ਵੀ ਸੱਚੇ ਪਾਤਸ਼ਾਹ ਆਪ ਹੀ ਹੋ। ਸਾਰੇ ਪਦਾਰਥਾਂ ਦੇ ਵਿੱਚ ਤੁਸੀਂ ਹੀ ਬੈਠੇ ਹੋ, ਕਿਉਂਕਿ ਵਸਤੂ ਕਰਕੇ ਵੀ ਪਰਿਛੇਦ ਨਹੀਂ ਨਾ ਪਰਮਾਤਮਾ ਦਾ। ਵਸਤੂ ਕਰਕੇ ਵੀ ਅੰਤ ਨਹੀਂ ਹੈ, ਕਾਲ ਕਰਕੇ ਵੀ ਅੰਤ ਨਹੀਂ ਹੈ, ਦੇਸ਼ ਕਰਕੇ ਵੀ ਪਰਿਛੇਦ ਭੇਦ ਨਹੀਂ ਹੈ, ਅੰਤ ਨਹੀਂ ਹੈ। ਜਿਵੇਂ ਕੋਈ ਚੀਜ਼ ਹੁੰਦੀ ਹੈ ਕਿਸੇ ਦੇਸ਼ ਵਿੱਚ ਹੁੰਦੀ ਹੈ, ਕੋਈ ਕਿਤੇ ਹੁੰਦੀ ਹੈ। ਕਈ ਵਸਤੂਆਂ ਇੱਧਰ ਹੀ ਹੁੰਦੀਆਂ, ਉੱਧਰ ਨਹੀਂ ਹੁੰਦੀਆਂ। ਤਾਂ ਦੇਸ਼ ਕਰਕੇ ਅੰਤ, ਕਾਲ ਕਰਕੇ, ਸਮੇਂ ਕਰਕੇ ਅੰਤ ਮੰਨਿਆ ਜਾਂਦਾ ਕਿ ਫਲਾਣੇ ਟਾਈਮ 'ਚ ਬੰਦਾ ਸੀ, ਫਿਰ ਉਹ ਫਲਾਣੇ ਟਾਈਮ 'ਚ ਚੜ੍ਹਾਈ ਕਰ ਗਿਆ, ਪਰ ਹੁਣ ਨਹੀਂ ਹੈ। ਪਰ ਵਾਹਿਗੁਰੂ ਜੀ ਦਾ ਤੇ ਕਾਲ ਕਰਕੇ ਵੀ ਅੰਤ ਨਹੀਂ, ਕਿਉਂ? ਤਾਂ ਆਦ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ ਹੈ, ਤੇ ਨਾਨਕ ਹੋਸੀ ਵੀ ਸੱਚ ਵੀ ਹੈ। ਇਸੇ ਤਰ੍ਹਾਂ ਵਸਤੂ ਕਰਕੇ ਵੀ ਪਰਿਛੇਦ ਮੰਨਿਆ ਜਾਂਦਾ, ਪਰ ਮਹਾਰਾਜ ਕਹਿੰਦੇ ਵਾਹਿਗੁਰੂ ਵਸਤੂ ਕਰਕੇ ਵੀ ਅੰਤ ਵਾਲਾ ਨਹੀਂ ਹੈ। ਹਰ ਵਸਤੂ ਦੇ ਵਿੱਚ ਵੀ ਉਹੀ ਬੈਠਾ ਹੈ। ਇਸ ਕਰਕੇ ਭੋਗ ਮੈਨੇ ਪਦਾਰਥ, ਹਰ ਪਦਾਰਥ 'ਚ ਉਹ ਬੈਠਾ ਹੈ, ਪਰਮੇਸ਼ਰ ਹੈ। ਐਸੇ ਵਾਹਿਗੁਰੂ ਤਾਂ ਹੀ ਨਮਸਕਾਰ ਹੈ। ਤੇ ਭੋਗ ਦਾ ਅਰਥ ਜਾਂ ਪਦਾਰਥਾਂ ਨੂੰ ਦੇਣ ਵਾਲਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਇੱਦਾਂ ਦਾ ਦਾਤਾ ਹੈ, ਉਹ ਸਾਰੇ ਜੀਵਾਂ ਨੂੰ ਭੋਗ ਮੈਨੇ ਪਦਾਰਥ ਦੇਣ ਵਾਲਾ ਹੈ, ਰੋਜ਼ੀ ਰਿਜ਼ਕ ਦੇਣ ਵਾਲਾ ਹੈ। ਜੋ ਉਹਦੇ ਦਰ ਤੋਂ ਮੰਗਿਆ ਜਾਵੇ ਉਹ ਮਿਲਦਾ ਹੈ। ਇਹ ਗੁਰਬਾਣੀ 'ਚ ਲਿਖਿਆ, ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੇ ਨਾ ਚੂਕੈ ਭੋਗ। ਉੱਥੇ ਭੋਗ ਸ਼ਬਦ ਆਵੇਗਾ। ਦਿੰਦਾ ਰਹਿੰਦਾ ਹੈ ਪਦਾਰਥਾਂ ਨੂੰ, ਸੰਸਾਰ ਮੰਗਦਾ ਰਹਿੰਦਾ ਹੈ। ਇਸ ਕਰਕੇ ਸਾਰੇ ਭੋਗ ਪਦਾਰਥ ਕੌਣ ਦੇ ਸਕਦਾ ਹੈ? ਬੰਦਾ ਤੇ ਕੋਈ ਦੇ ਨਹੀਂ ਸਕਦਾ ਹੈ। ਕਿਸੇ ਤੋਂ ਇੱਕ ਚੀਜ਼ ਮਿਲ ਸਕਦੀ, ਕਿਸੇ ਤੋਂ ਦੋ ਮਿਲ ਸਕਦੀਆਂ, ਕਿਸੇ ਤੋਂ ਚਾਰ, ਪਰ ਸਾਰੇ ਪਦਾਰਥ ਤੇ ਇੱਕ ਹੀ ਵੀ ਦੇ ਸਕਦਾ ਹੈ। ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਨਮੋ ਸਰਬ ਭੋਗੇ, ਐਸੇ ਵਾਹਿਗੁਰੂ ਨੂੰ ਨਮਸਕਾਰ ਹੈ। ਜਾਂ ਫਿਰ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਆਪ ਸਾਰੇ ਸੰਸਾਰ ਨੂੰ ਭੋਗੇ ਸਮਾਪਤ ਕਰਨ ਵਾਲੇ ਹੋ। ਆਪਾਂ ਕਹਿੰਦੇ ਨਾ ਪੰਜਾਬੀ 'ਚ, ਪਾਤਾ ਭੋਗ, ਫਿਰ ਪੈ ਗਿਆ ਭੋਗ ਫਲਾਨੀ ਚੀਜ਼ ਦਾ। ਭਾਵ ਅਰਥ ਕੀ ਹੋਇਆ? ਸਮਾਪਤੀ, ਅੰਤ। ਤਾਂ ਸਾਰੇ ਸੰਸਾਰ ਦਾ ਅੰਤ ਕਰਨ ਵਾਲਾ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਐਸੇ ਵਾਹਿਗੁਰੂ ਜੀ ਦੇ ਤਾਈ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ। ਜਾਂ ਫਿਰ ਨਮੋ ਸਰਬ ਭੋਗੇ, ਹੇ ਅਕਾਲ ਪੁਰਖ ਆਪ ਹੀ ਸੰਸਾਰ ਦੇ ਪਦਾਰਥਾਂ ਨੂੰ ਭੋਗੇ ਭੋਗ ਰਿਹਾ ਹੈ, ਵਰਤ ਰਿਹਾ ਹੈ, ਖਾ ਰਿਹਾ ਹੈ, ਪੀ ਰਿਹਾ ਹੈ, ਹੰਢਾ ਰਿਹਾ ਹੈ। ਕਿਉਂਕਿ ਗੁਰਬਾਣੀ ਅਨੁਸਾਰ ਪਦਾਰਥਾਂ ਦਾ ਆਨੰਦ ਮਾਣਨ ਵਾਲਾ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਤੂੰ ਆਪੇ ਰਸ ਰਸੀੜਾ, ਤੂੰ ਆਪੇ ਹੀ ਭੋਗ ਭੁਗਈਆ। ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਦਾ ਬੜਾ ਸੁੰਦਰ ਬਚਨ ਆਉਂਦਾ ਹੈ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਿੱਖ ਧਰਮ ਦੇ ਬੜੇ ਵੱਡੇ ਵਿਦਵਾਨ ਦੋ ਸੱਜਣ ਇਕੱਠੇ ਹੋ ਕੇ ਗਏ। ਉਹਨਾਂ ਨੂੰ ਪਤਾ ਲੱਗਾ ਕਿ ਡਾਕਟਰ ਸਾਹਿਬ ਬੜੇ ਰਸ ਵਿੱਚ ਨੇ। ਤੇ ਜਿਹੜੇ ਸੱਜਣ ਨੇ ਦੱਸਿਆ, ਉਹਨੇ ਆਖਿਆ ਭਾਈ ਛੇਤੀ ਦਰਸ਼ਨ ਕਰੋ, ਬੜੀ ਮੌਜ 'ਚ ਨੇ, ਬੜੇ ਰਸ 'ਚ ਨੇ, ਬੜੇ ਆਨੰਦ 'ਚ ਨੇ। ਤਾਂ ਇਹ ਸੱਜਣ ਜਿਹੜੇ ਵਿਦਵਾਨ ਹੋਏ ਸਿੱਖ ਪੰਥ ਦੇ ਬੜੇ ਵੱਡੇ, ਇਹ ਜਦੋਂ ਦਰਸ਼ਨ ਕਰਨ ਗਏ, ਇਹਨਾਂ ਦਰਸ਼ਨ ਕੀਤੇ, ਤਾਂ ਉੱਥੇ ਕੀ ਘਟਨਾ ਹੋ ਰਹੀ ਹੈ ਕਿ ਸ਼ਾਇਦ ਦਾਸ ਭੁਲੇਖਾ ਨਾ ਖਾਵੇ, ਗੁਲਾਬ ਦਾ ਫੁੱਲ ਜਾਂ ਫੁੱਲਾਂ ਦੀ ਫੁਲਵਾੜੀ, ਉਹਦੇ ਉੱਤੇ ਭੌਰਾ ਬੈਠਾ ਜਾਂ ਮੱਖੀ ਬੈਠੀ ਉਹਦਾ ਰਸ ਚੂਸ ਰਹੀ ਹੈ, ਪਰਾਗ ਲੈ ਰਹੀ ਹੈ, ਜਿਹਨੂੰ ਰਸ ਕਹਿ ਦਿੰਦੇ ਨੇ।
ਤਾਂ ਡਾਕਟਰ ਸਾਹਿਬ ਜਿੱਥੇ ਵਿਦਵਾਨ ਸਨ ਉੱਥੇ ਵਾਹਿਗੁਰੂ ਨਾਲ ਵੀ ਜੁੜੇ ਹੋਏ ਸਨ, ਨਾਮ ਅਭਿਆਸੀ ਸਨ। ਤਾਂ ਡਾਕਟਰ ਸਾਹਿਬ ਨੇ ਇਹਨਾਂ ਸੱਜਣਾਂ ਨੂੰ, ਗੁਰਮੁਖ ਪਿਆਰਿਆਂ ਨੂੰ ਆਖਿਆ ਕਿ ਇਹ ਕੀ ਹੋ ਰਿਹਾ ਹੈ। ਤਾਂ ਇੱਕ ਸੱਜਣ ਨੇ ਆਖਿਆ, ਜੀ ਡਾਕਟਰ ਸਾਹਿਬ ਕਿ ਭੌਰਾ ਜਿਹੜਾ ਹੈ ਜਾਂ ਮੱਖੀ ਜਿਹੜੀ ਹੈ ਉਹ ਫੁੱਲ ਦਾ ਆਨੰਦ ਮਾਣ ਰਹੀ ਹੈ। ਤਾਂ ਡਾਕਟਰ ਸਾਹਿਬ ਕਹਿਣ ਲੱਗੇ, ਤੁਹਾਡੀ ਦ੍ਰਿਸ਼ਟੀ ਦੇ ਵਿੱਚ ਬਹੁਤ ਸੋਹਣਾ ਵਿਚਾਰ ਆਇਆ ਹੈ, ਪਰ ਇੱਥੇ ਅਜੇ ਵੀ ਫਰਕ ਹੈ। ਫਰਕ ਕੀ ਹੈ? ਮੱਖੀ ਰਸ ਮਾਣ ਰਹੀ ਹੈ, ਮੱਖੀ ਹੋਰ ਹੈ ਤੇ ਫੁੱਲ ਜਿਹੜਾ ਹੋਰ ਹੈ, ਦੋਵਾਂ 'ਚ ਭੇਦ ਹੈ, ਫਰਕ ਹੈ। ਤਾਂ ਕਹਿੰਦੇ ਮਹਾਰਾਜ ਫਿਰ ਤੁਹਾਡੀ ਦ੍ਰਿਸ਼ਟੀ 'ਚ ਕੀ ਹੈ? ਤਾਂ ਡਾਕਟਰ ਸਾਹਿਬ ਕਹਿਣ ਲੱਗੇ, ਮੇਰੀ ਦ੍ਰਿਸ਼ਟੀ ਦੇ ਵਿੱਚ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਆਪ ਹੀ ਉਹ ਰਸੀਆ ਰਸ ਲੈਣ ਵਾਲਾ ਹੈ, ਮੱਖੀ 'ਚ ਵੀ ਉਹ ਹੀ ਹੈ, ਭੌਰੇ 'ਚ ਵੀ ਉਹ ਹੀ ਹੈ, ਤੇ ਫੁੱਲ ਦੇ ਵਿੱਚ ਵੀ ਉਹ ਹੀ ਹੈ। ਤੇ ਜਿਹੜਾ ਰਸ ਹੈ ਨਾ, ਰਸ ਦੋਵਾਂ ਦਾ ਵਿਚਲਾ ਸੰਬੰਧ, ਉਹਦੇ ਵਿੱਚ ਵੀ ਉਹ ਹੀ ਹੈ। ਜਿਵੇਂ ਆਕਾਸ਼ ਹਰ ਥਾਂ ਵਿਆਪਕ ਹੈ, ਇਸੇ ਤਰ੍ਹਾਂ ਦੇਖਣ ਵਾਲੇ 'ਚ ਵੀ ਉਹੀ ਹੈ ਤੇ ਦਿਖਣ ਵਾਲੇ ਵਿਸ਼ੇ ਪਦਾਰਥ ਵਿੱਚ ਵੀ ਉਹੀ ਹੈ। ਤੇ ਸਾਡੀ ਨਿਗਾਹ ਤੋਂ ਪਦਾਰਥ ਤੱਕ, ਦੇਖਣ ਤੱਕ ਜਿਹੜੀ ਨਿਗਾਹ ਗਈ, ਉਸ ਨਿਗਾਹ ਵਿੱਚ, ਧਿਆਨ ਵਿੱਚ ਵੀ ਉਹੀ ਹੈ। ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਤਾਂ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਕਲਗੀਧਰ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਆਪ ਹੀ ਉਹ ਸਭ ਕੁਝ, ਰਸ ਵੀ ਆਪ ਹੀ ਹੈ, ਰਸ ਲੈਣ ਵਾਲਾ ਵੀ ਆਪ ਹੀ ਹੈ, ਤਾਂ ਪਦਾਰਥ ਵੀ ਆਪ ਹੀ ਹੈ, ਪਦਾਰਥ ਨੂੰ ਭੋਗਣ ਵਾਲਾ ਜਿਹੜਾ ਮਨੁੱਖ ਭੋਗਦਾ ਪਿਆ ਉਹਦੇ ਵਿੱਚ ਵੀ ਆਪ ਹੀ ਬੈਠਾ ਹੈ। ਤਾਂ ਇਸ ਕਰਕੇ ਹੇ ਸੱਚੇ ਪਾਤਸ਼ਾਹ ਤੈਨੂੰ ਨਮਸਕਾਰ ਹੈ, ਕਿਉਂ ਆਪ ਤ੍ਰਿਪੁਟੀ 'ਚ ਵਿਆਪਕ ਰਹਿੰਦੇ ਹੋ, ਤਿੰਨ ਚੀਜ਼ਾਂ 'ਚ ਵਿਆਪਕ ਰਹਿੰਦੇ ਹੋ। ਦੇਖਣ ਵਾਲੇ ਅੱਖ 'ਚ ਵੀ ਬੈਠੇ ਹੋ, ਦੇਖਣ ਵਾਲੇ ਪਦਾਰਥ ਦ੍ਰਿਸ਼ ਵਿੱਚ ਵੀ ਬੈਠੇ ਹੋ, ਤੇ ਦੋਵਾਂ ਦਾ ਜਿਹੜਾ ਸੰਬੰਧ ਹੈ ਉਹਦੇ ਵਿੱਚ ਵੀ ਬੈਠੇ ਹੋ। ਭਗਤ ਵੀ ਤੁਸੀਂ ਹੋ, ਭਗਤ ਰੂਪ 'ਚ ਭਗਤੀ ਕਰ ਰਹੇ ਹੋ, ਭਗਵਾਨ ਰੂਪ 'ਚ ਵੀ ਤੁਸੀਂ ਹੋ, ਤੇ ਦੋਵਾਂ ਦਾ ਜਿਹੜਾ ਸੰਬੰਧ ਭਗਤੀ ਆ ਉਹਦੇ 'ਚ ਵੀ ਤੁਸੀਂ ਹੋ। ਇਸੇ ਤਰ੍ਹਾਂ ਗਿਆਤਾ ਵੀ ਤੁਸੀਂ ਹੋ, ਕਿਉਂ ਭੇਦ ਗਿਆਨ ਦੇ ਵਿੱਚ ਰਸ ਨਹੀਂ ਪੂਰਾ। ਜਿਹੜਾ ਭੇਦ ਗਿਆਨ ਹੁੰਦਾ ਨਾ, ਇਹਦੇ ਵਿੱਚ ਦੋ ਚੀਜ਼ਾਂ ਬਣੀਆਂ ਰਹਿੰਦੀਆਂ। ਜਿਵੇਂ ਕੋਈ ਮਾਲਾ ਫੇਰਨ ਵਾਲਾ, ਇੱਕ ਹੋ ਗਈ ਮਾਲਾ ਤੇ ਇੱਕ ਹੋ ਗਿਆ ਫੇਰਨ ਵਾਲਾ ਹੱਥ। ਹੱਥ ਮੈਂ ਜਿਹਨੇ ਫੜੀ ਹੋਈ ਹੈ, ਹੁਣ ਦੋ ਆ। ਇਹ ਕੀ ਆ? ਗਿਆਨ। ਪਰ ਇਹ ਭੇਦ ਗਿਆਨ ਆ, ਇਹਦੇ 'ਚ ਦੂਈ ਦਿਖਦੀ ਹੈ, ਦਵੈਤ ਦਿਖਦੀ ਹੈ। ਤੇ ਜਿੰਨਾ ਚਿਰ ਸੱਜਣਾ ਦੂਈ ਦਿਖਦੀ ਹੈ, ਦਵੈਤ ਦਿਖਦੀ, ਉਹਨਾਂ ਚਿਰ ਪੂਰਾ ਰਸ ਨਹੀਂ। ਇਸੇ ਤਰ੍ਹਾਂ ਦੇਖਣ ਵਾਲਾ ਉਹ ਕੌਣ ਹੋ ਗਿਆ? ਜਿਹੜਾ ਮਨੁੱਖ ਅੱਖਾਂ ਰਾਹੀਂ ਦੇਖਦਾ ਹੈ। ਤੇ ਦਿਖਣ ਵਾਲਾ ਕੀ ਹੋ ਗਿਆ? ਦ੍ਰਿਸ਼। ਹੁਣ ਦੇਖਣ ਵਾਲਾ ਹੋਰ ਹੈ, ਦਿਖਣ ਵਾਲੀ ਚੀਜ਼ ਹੋਰ ਹੈ, ਦੋਵਾਂ 'ਚ ਭੇਦ ਹੈ, ਇਹਦੇ 'ਚ ਰਸ ਨਹੀਂ। ਇਹ 'ਚ ਦੂਈ ਬਣੀ ਆ, ਦੋ ਚੀਜ਼ਾਂ ਬਣੀਆਂ। ਜਿੱਥੇ ਦੋ ਚੀਜ਼ਾਂ ਬਣੀਆਂ ਮਹਾਰਾਜ ਕਹਿੰਦੇ ਉੱਥੇ ਹੀ ਸੰਸਾਰ ਹੈ, ਤੇ ਜਿੱਥੇ ਦੂਈ ਖਤਮ ਹੋ ਗਈ ਉੱਥੇ ਹੀ ਨਿਰੰਕਾਰ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਨਾ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਗੁਰਬਾਣੀ ਅਨੁਸਾਰ ਸੂਰਮਾ ਕੌਣ ਹੈ? ਜਿਹੜਾ ਦੂਈ ਨੂੰ ਮਾਰੇ, ਦਵੈਤ ਨੂੰ ਮਾਰੇ, ਭੇਦ ਗਿਆਨ ਨੂੰ ਖਤਮ ਕਰੇ। ਗੁਰਬਾਣੀ ਅਨੁਸਾਰ ਪੂਰਾ ਸੰਤ ਕੌਣ ਹੈ? ਜਿਹਦੀ ਨਿਗਾਹ 'ਚ ਦੋ ਨਹੀਂ ਰਹਿ ਗਏ, ਹੁਣ ਇੱਕ ਹੀ ਦਿਖਦਾ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਤਾਂ ਮਹਾਰਾਜ ਕੀ ਕਹਿੰਦੇ ਨੇ? ਦੂਈ ਭੇਦ ਗਿਆਨ ਨੂੰ ਖਤਮ ਕਰਨਾ। ਇਸ ਕਰਕੇ ਗੁਰਬਾਣੀ 'ਚ ਬੜੇ ਸ਼ਬਦ ਆਉਣਗੇ, ਦਵੈਤ, ਦੁਬਦਾ। ਉਹ ਦੁਬਦਾ ਦਾ ਅਰਥ ਵੀ ਇਹੀ ਆ ਵੀ ਜਿੱਥੇ ਦੋ ਚੀਜ਼ਾਂ ਬਣੀਆਂ ਹੋਈਆਂ ਵਾ, ਸੰਸਾ ਬਣਿਆ ਹੋਇਆ ਹੈ। ਤਾਂ ਜਿੱਥੇ ਦੂਈ ਬੈਠੀ ਹੈ, ਨਾ ਤੇ ਉੱਥੇ ਬ੍ਰਹਮ ਗਿਆਨ ਹੀ ਹੈ, ਨਾ ਉੱਥੇ ਪਰਮੇਸ਼ਰ ਦੀ ਕੋਈ ਬਹੁਤੀ ਕਿਰਪਾ ਰਸ ਨਹੀਂ ਮੰਨਿਆ ਜਾਂਦਾ ਹੈ।
ਤਾਂ ਜਦੋਂ ਇਹ ਦੂਈ ਖਤਮ ਹੁੰਦੀ ਹੈ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਇਸ ਦੂਈ ਨੂੰ ਮਾਰੋ, ਦਵੈਤ ਨੂੰ ਮਾਰੋ, ਇੱਕ ਹੀ ਹੋ ਜੇ। ਜਿਵੇਂ ਇੱਕ ਹੋ ਗਈ ਮੱਖੀ ਤੇ ਇੱਕ ਹੋ ਗਿਆ ਗੁੜ। ਹੁਣ ਗੁੜ ਦਾ ਵੱਖਰਾ ਗਿਆਨ ਤੇ ਮੱਖੀ ਦਾ ਆਪਾਂ ਨੂੰ ਵੱਖਰਾ ਗਿਆਨ। ਮੰਨ ਲਓ ਆਪਾਂ ਵੇਖਦੇ ਪਏ ਹਾਂ ਵੀ ਮੱਖੀ ਗੁੜ ਦਾ ਰਸ ਲੈ ਰਹੀ ਹੈ, ਮੱਖੀ ਹੋਰ ਹੈ ਗੁੜ ਹੋਰ ਹੈ, ਇਹ ਕੀ ਹੋ ਗਿਆ? ਗਿਆਨ ਤੇ ਹੈ ਵੀ ਇਹ ਮੱਖੀ ਹੈ ਇਹ ਗੁੜ ਹੈ, ਪਰ ਭੇਦ ਗਿਆਨ ਹੈ, ਫਰਕ ਆ। ਦੋ ਗਿਆਨ ਆ, ਇੱਕ ਮੱਖੀ ਇੱਕ ਹੋ ਗਈ, ਗੁੜ ਦੋ ਹੋ ਗਏ। ਤੇ ਜਦੋਂ ਮੱਖੀ ਗੁੜ ਦਾ ਰੂਪ ਹੀ ਹੋ ਗਈ, ਫਿਰ ਕਿੱਥੇ ਗਿਆ ਦੂਜਾ? ਤਾਂ ਨਾਮ ਜਪਣ ਵਾਲੀ ਆਤਮਾ ਪਰਮਾਤਮਾ ਦਾ ਇੱਕ ਰੂਪ ਹੋ ਜਾਂਦੀ ਹੈ, ਫਿਰ ਉੱਥੇ ਦੂਜਾ ਨਹੀਂ ਰਹਿ ਜਾਂਦਾ ਹੈ। ਮਹਾਰਾਜ ਜਿਵੇਂ ਮਹਾਰਾਜ ਜੀ ਕਹਿੰਦੇ ਨਾ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆ ਅਤੇ ਵਾਹ ਪਵੈ ਸਮੁੰਦ ਨਾ ਜਾਣਗੇ। ਗੁਰਬਾਣੀ ਅਨੁਸਾਰ ਸੂਰਮਾ ਵੀ ਉਹ ਹੈ ਜਿਹਨੇ ਦੂਈ ਨੂੰ ਮਾਰਿਆ, ਮੇਰ ਤੇਰ ਨੂੰ ਮਾਰ ਲਿਆ ਹੈ, ਮੈਂ ਨੂੰ ਖਤਮ ਕਰ ਦਿੱਤਾ ਹੈ, ਤੂੰ ਤੇ ਹੀ ਆ ਗਿਆ ਹੈ। ਜਿੱਥੇ ਤੇਰਾ ਮੇਰਾ ਸਭ ਖਤਮ ਹੋ ਜਾਂਦਾ ਹੈ, ਇੱਕ ਹੀ ਰਹਿ ਜਾਂਦਾ ਹੈ, ਉਹਨੂੰ ਸੰਪੂਰਨ ਗਿਆਨ ਮੰਨਿਆ ਗਿਆ ਤੇ ਉਹਦੇ 'ਚ ਰਸ ਮੰਨਿਆ ਗਿਆ। ਕਬੀਰ ਸਾਹਿਬ ਕਹਿੰਦੇ ਨੇ ਕਿ ਮੈਨੂੰ ਪਰਮੇਸ਼ਰ ਤੇ ਮਿਲਿਆ, ਪਰ ਅਜੇ ਵੀ ਰਸ 'ਚ ਫਰਕ ਆ, ਸਵਾਦ 'ਚ ਫਰਕ ਆ। ਕਿਉਂ? ਕਹਿੰਦੇ ਮੇਰੇ ਤੇ ਪਰਮੇਸ਼ਰ 'ਚ ਇੱਕ ਫਰਕ ਰਹਿ ਗਿਆ, ਉਹ ਕੀ? ਸਰੀਰ ਦਾ। ਜਿਵੇਂ ਘੜੇ ਦੇ ਪਾਣੀ 'ਚ ਤੇ ਨਦੀ ਦੇ ਪਾਣੀ 'ਚ ਕਿੰਨਾ ਕੁ ਫਰਕ ਆ? ਹੈ ਤੇ ਦੋਵਾਂ 'ਚ ਹੀ ਪਾਣੀ, ਪਰ ਇਹ ਘੜੇ ਦਾ ਵਾ, ਹੈ ਦੋਵਾਂ 'ਚ ਹੀ ਪਾਣੀ। ਤਾਂ ਜਦੋਂ ਘੜੇ ਨੂੰ ਲੈ ਕੇ ਨਦੀ ਦੇ ਪਾਣੀ 'ਚ ਰੱਖਤਾ ਤੇ ਘੜਾ ਦਿੱਤਾ ਭੰਨ, ਤਾਂ ਫਿਰ ਦੋਵੇਂ ਪਾਣੀ ਇੱਕ ਹੋ ਗਏ, ਆਤਮਾ ਪਰਮਾਤਮਾ ਇੱਕ ਹੋ ਗਈ। ਤਾਂ ਕਬੀਰ ਸਾਹਿਬ ਕਹਿੰਦੇ ਆਨੰਦ ਤੇ ਹੈ, ਪਰ ਪੂਰਾ ਨਹੀਂ, ਅਜੇ ਘੜਾ ਮੈਨੇ ਸਰੀਰ ਬਣਿਆ ਹੈ। ਇਸੇ ਕਰਕੇ ਕਬੀਰ ਸਾਹਿਬ ਆਪਣੀ ਬਾਣੀ 'ਚ ਕਹਿ ਦਿੰਦੇ ਨਾ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਦੋਂ ਸਰੀਰ ਰੂਪੀ ਘੜਾ ਵੀ ਭੱਜ ਗਿਆ, ਤਾਂ ਆਤਮਾ ਰੂਪੀ ਪਾਣੀ ਪਰਮਾਤਮਾ ਰੂਪੀ ਜਲ ਦੇ ਨਾਲ ਇੱਕ ਹੋ ਗਿਆ, ਤਾਂ ਫਿਰ ਪੂਰਨ ਏਕਤਾ ਹੁੰਦੀ ਹੈ। ਇਸ ਕਰਕੇ ਸੌਖੀ ਜੀ ਗੱਲ ਕੀ ਹੈ ਵੀ ਜਿੱਥੇ ਭੇਦ ਗਿਆਨ ਹੈ ਉੱਥੇ ਸੰਪੂਰਨ ਰਸ ਨਹੀਂ। ਸੰਪੂਰਨਤਾ ਦੇ ਵਿੱਚ ਭੇਦ ਨਹੀਂ, ਸਭ ਇੱਕ ਹੀ ਹੈ, ਹਰ ਥਾਂ ਤੇ ਇੱਕ ਹੀ ਹੈ, ਹਰ ਵਸਤੂ ਦੇ ਵਿੱਚ ਇੱਕ ਹੀ ਹੈ। ਉਹ ਗੱਲ ਦਸਵੇਂ ਪਾਤਸ਼ਾਹ ਕਹਿੰਦੇ, ਮਹਾਰਾਜ ਕੀ ਕਹਿੰਦੇ? ਨਮੋ ਸਰਬ ਭੋਗੇ, ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਵੀ ਤੂੰ ਹੀ ਹੈ। ਪਦਾਰਥ ਵਿੱਚ ਵੀ ਤੂੰ ਹੀ ਹੈ, ਭੋਗਣ ਵਾਲੇ ਮਨੁੱਖ ਦੇ ਵਿੱਚ ਵੀ ਤੂੰ ਹੀ ਹੈ, ਤੇ ਜਿਹੜਾ ਦੋਵਾਂ ਦੇ ਸੰਬੰਧ ਕਰਕੇ ਸਵਾਦ ਪੈਦਾ ਹੋਇਆ ਉਹਦੇ ਵਿੱਚ ਵੀ ਤੂੰ ਹੀ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਜਿੱਥੇ ਦੂਈ ਖਤਮ ਹੋ ਜਾਂਦੀ ਹੈ। ਤਾਂ ਮਹਾਰਾਜ ਜੀ ਫਰਮਾਉਂਦੇ ਨੇ, ਐਸੇ ਵਾਹਿਗੁਰੂ ਤਾਈਂ ਨਮਸਕਾਰ ਹੈ। ਨਮੋ ਸਰਬ ਜੀਤੰ, ਨਮੋ ਸਰਬ ਭੀਤੰ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਹਰ ਪ੍ਰਕਾਰ ਦੇ ਯੁੱਧ ਨੂੰ ਜੀਤਨ ਜਿੱਤਣੇ ਵਾਲੇ ਹੋ, ਆਪ ਜੀ ਨੂੰ ਨਮਸਕਾਰ ਹੈ। ਕਿਉਂਕਿ ਗੁਰਬਾਣੀ ਅਨੁਸਾਰ ਯੁੱਧ ਕੇ ਜਿਤਈਆ ਰੰਗ, ਭੂਮ ਕੇ ਭਵਈਆ ਭਾਰ, ਭੂਮ ਕੇ ਮਟਈਆ ਨਾਥ, ਤੀਨ ਲੋਕ ਗਾਈਏ। ਗੁਰਬਾਣੀ ਅਨੁਸਾਰ ਯੁੱਧ ਨੂੰ ਜਿੱਤਣ ਵਾਲਾ ਵੀ ਉਹ ਹੀ ਹੈ। ਜਿਵੇਂ ਕਲਗੀਧਰ ਜੀ ਨੂੰ ਸਿੱਖਾਂ ਨੇ ਆਣ ਕੇ ਆਖਿਆ ਨਾ, ਮਹਾਰਾਜ ਤੁਹਾਡੀ ਫਤਿਹ ਹੋਈ ਆ। ਜਦੋਂ ਸਭ ਤੋਂ ਪਹਿਲਾਂ ਸਾਡੀ ਫਤਿਹ ਚੱਲੀ ਹੈ, ਪਹਿਲਾਂ ਤੇ ਕਹਿੰਦੇ ਇਹ ਜਿਹੜੀ ਸਿੱਖ ਕਮਿਊਨਿਟੀ ਸੀ, ਸਿੱਖ ਭਾਈਚਾਰਾ ਸੀ, ਇਹ ਸੱਤ ਕਰਤਾਰ, ਜਨਮ ਸਾਖੀ ਵਿੱਚ ਜ਼ਿਆਦਾ ਸ਼ਬਦ ਸੱਤ ਕਰਤਾਰ ਆਵੇਗਾ। ਇੱਕ ਦੂਜੇ ਨੂੰ ਜਦੋਂ ਮਿਲਦੇ ਆ ਤੇ ਸੱਤ ਕਰਤਾਰ, ਜਾਂ ਨਮਸਕਾਰ, ਜਾਂ ਰਾਮ ਰਾਮ। ਤੇ ਸਿੱਖਾਂ 'ਚ ਕੀ ਚੱਲਦਾ ਸੀ? ਹਿੰਦੂਆਂ 'ਚ ਰਾਮ ਰਾਮ, ਸਿੱਖ ਸੱਤ ਕਰਤਾਰ ਕਹਿ ਦਿੰਦੇ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ। ਅੱਜ ਕੱਲ੍ਹ ਦੇ ਸਿੱਖਾਂ 'ਚ ਕੀ ਚੱਲਦਾ ਵਾ? ਸਤਿ ਸ੍ਰੀ ਅਕਾਲ, ਜਿਹੜਾ ਕਿ ਨਮਸਕਾਰ ਤੇ ਹੈ ਨਹੀਂ ਆ, ਸਾਡਾ ਜਕਾਰਾ ਵਾ, ਪਰ ਸਿੱਖਾਂ ਨੇ ਬਣਾ ਲਿਆ ਇੱਕ ਦੂਜੇ ਨੂੰ ਮਿਲ ਲੱਗਿਆ ਸਤਿ ਸ੍ਰੀ ਅਕਾਲ।
पर साडी नमस्कार की 10वें पातशाह ने बनाईयां, वाहिगुरू जी का खालसा वाहिगुरू जी की फतेह। ਤਾਂ ਜਦੋਂ ਸਭ ਤੋਂ ਪਹਿਲਾਂ 10ਵੇਂ ਪਾਤਸ਼ਾਹ ਨੇ ਯੁੱਧ ਕੀਤਾ ਹੈ ਭੰਗਾਣੀ ਸਾਹਿਬ ਦਾ, ਉਸ ਸਮੇਂ ਸਿੱਖਾਂ ਨੇ ਆਣ ਕੇ ਆਖਿਆ ਕਿ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਜੀ ਦੀ ਫਤਿਹ ਹੋਈ ਹੈ। ਤਾਂ ਮਹਾਰਾਜ ਨੇ ਕੀ ਆਖਿਆ ਸੀ, ਫਤਿਹ ਕਿਸੇ ਬੰਦੇ ਦੀ ਨਹੀਂ ਹੁੰਦੀ, ਫਤਿਹ ਕਿਹਦੀ ਹੁੰਦੀ ਹੈ? ਵਾਹਿਗੁਰੂ ਦੀ। ਇਹ ਸਿੱਖ ਜਿਹੜੇ ਨੇ, ਖਾਲਸਾ ਜਿਹੜਾ ਹੈ ਇਹ ਵਾਹਿਗੁਰੂ ਦਾ ਹੈ ਤੇ ਵਾਹਿਗੁਰੂ ਦੀ ਫਤਿਹ। ਜਿੱਥੋਂ ਆਪ ਜੀ ਹੈਰਾਨ ਹੋਵੋਗੇ, 10ਵੇਂ ਪਾਤਸ਼ਾਹ ਦੀ ਜਿੰਨੀ ਬਾਣੀ ਉਹਦੇ ਉੱਤੇ ਕੀ ਲਿਖਿਆ ਹੁੰਦਾ ਹੈ? ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜਿਹੜੀ ਆ ਉਹ ਹਮੇਸ਼ਾ ਵਾਹਿਗੁਰੂ ਦੀ ਹੈ, ਜਿੱਤ ਹਮੇਸ਼ਾ ਵਾਹਿਗੁਰੂ ਦੀ ਹੁੰਦੀ ਹੈ। ਦੁਨਿਆਵੀ ਬਾਦਸ਼ਾਹ ਨੇ ਅੱਜ ਇਹਨੇ ਜਿੱਤਿਆ, ਕੱਲ੍ਹ ਹੋਰ ਕਿਸੇ ਨੇ ਜਿੱਤ ਲੈਣਾ ਹੈ, ਪਰ ਸਦੀਵੀ ਜਿੱਤ ਕਿਹਦੀ ਹੈ? ਹਮੇਸ਼ਾ ਵਾਸਤੇ ਅਜਿੱਤ ਕੌਣ ਹੈ? ਉਹ ਵਾਹਿਗੁਰੂ ਹੈ। ਤਾਂ ਇਸ ਕਰਕੇ ਨਮੋ ਸਰਬਜੀਤੰ, ਸਭ ਨੂੰ ਜਿੱਤਣ ਵਾਲਾ, ਜਾਂ ਫਿਰ ਸਭ ਨੂੰ ਜਿੱਤਣ ਵਾਲੀ ਕੌਣ ਹੈ? ਮੌਤ, ਜਿਹਨੂੰ ਕੋਈ ਨਹੀਂ ਅਜੇ ਤੱਕ ਜਿੱਤ ਸਕਿਆ। ਹੈ ਕੋਈ ਕਿਸੇ ਨੇ ਮੌਤ ਨੂੰ ਜਿੱਤਿਆ ਹੋਵੇ? ਰਾਵਣ ਵਰਗੇ ਕਿੱਡੇ ਕਿੱਡੇ ਵਿਦਵਾਨ ਪੁਰਸ਼, ਅਫਲਾਤੂ ਵਰਗੇ ਕਿੱਡੇ ਕਿੱਡੇ ਚਤੁਰ ਪੁਰਸ਼, ਜਿਨ੍ਹਾਂ ਇਹੋ ਜਿਹੀਆਂ ਮੂਰਤੀਆਂ ਬਣਾ ਦਿੱਤੀਆਂ ਐ ਜਾਪਦਾ ਸੀ ਬੰਦਾ ਖਲੋਤਾ ਜਿਉਂਦਾ ਜਾਗਦਾ, ਮੌਤ ਨੂੰ ਧੋਖਾ ਨਹੀਂ ਦੇ ਸਕੇ। ਤਾਂ ਇਸ ਕਰਕੇ ਮਹਾਰਾਜ ਕੀ ਫਰਮਾਉਂਦੇ ਨੇ, ਸਭ ਨੂੰ ਜਿੱਤਣ ਵਾਲਾ ਕਾਲ ਮੌਤ, ਤੇ ਉਹ ਕਾਲ ਰੂਪ ਕੌਣ ਹੈ? ਉਹ ਪਰਮੇਸ਼ਰ ਹੈ, ਵਾਹਿਗੁਰੂ ਹੈ, ਜਿਹੜਾ ਪੈਦਾ ਕਰਦਾ ਹੈ, ਪਾਲਣਾ ਕਰਦਾ ਤੇ ਇੱਕ ਦਿਨ ਲੈਤਾ ਕਰਦਾ ਹੈ। ਇਹ ਤਿੰਨ ਗੁਣ ਵਾਹਿਗੁਰੂ ਦੇ ਵਿੱਚ ਮੰਨੇ ਜਾਂਦੇ ਹਨ। ਐਸੇ ਵਾਹਿਗੁਰੂ ਤਾਂ ਹੀ ਨਮਸਕਾਰ ਹੈ। ਜਾਂ ਫਿਰ ਨਮੋ ਸਰਬਜੀਤੰ, ਜੀਤੰ, ਜੀ ਦਾ ਅਰਥ ਲੈਣਾ ਜੀਵ, ਜੀਵ ਜੰਤੂ, ਤੰਗ ਮੈਨੇ ਤੇਰੇ, ਇਹ ਜਿੰਨੇ ਜੀਵ ਜੰਤੂ ਨੇ ਸਭ ਤੇਰੇ ਹੀ ਰਚੇ ਹੋਏ ਨੇ। ਐਸੇ ਵਾਹਿਗੁਰੂ ਤਾਂ ਹੀ ਨਮਸਕਾਰ ਹੈ ਨਾ। ਜਾਂ ਫਿਰ ਨਮੋ ਸਰਬਜੀਤੰ ਮੈਨੇ ਜਿਉਣ ਵਾਲਾ, ਜੀਵਨ ਦਾਨ ਦੇਣ ਵਾਲਾ, ਜ਼ਿੰਦਗੀ ਦੇਣ ਵਾਲਾ, ਜੀਵ ਕਲਾ ਤੰਗ ਦੇਣ ਵਾਲਾ ਜਿਹੜਾ ਵਾਹਿਗੁਰੂ ਹੈ। ਤੰਗ ਮੈਨੇ ਤੂੰ ਹੀ ਜੀਵ ਕਲਾ ਦੇਣ ਵਾਲਾ ਹੈ। ਐਸੇ ਵਾਹਿਗੁਰੂ ਦੇ ਤਾਂ ਹੀ ਮਹਾਰਾਜ ਕਹਿੰਦੇ ਨਮਸਕਾਰ ਹੈ। ਜਿਨੇ ਜੀਓ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤੀਨ ਜਿੰਦ। ਜਿਸ ਵਾਹਿਗੁਰੂ ਨੇ ਸਰੀਰ ਸਾਜ ਕੇ ਵਿੱਚ ਜਿੰਦ ਦਿੱਤੀ, ਵਿੱਚ ਆਤਮਾ ਪਾਈ, ਐਸੇ ਵਾਹਿਗੁਰੂ ਜੀ ਦੇ ਤਾਂ ਹੀ ਨਮੋ ਨਮਸਕਾਰ ਹੈ। ਜਾਂ ਫਿਰ ਨਮੋ ਸਰਬਜੀਤੰ, ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਨਮਸਕਾਰ ਉਹਨਾਂ ਨੂੰ ਹੈ ਜਿਨ੍ਹਾਂ ਨੇ ਸਾਰਿਆਂ ਨੂੰ ਜਿੱਤ ਲਿਆ। ਹੁਣ ਸਾਰੇ ਤੇ ਕਿਸੇ ਤੋਂ ਨਹੀਂ ਜਿੱਤੇ ਜਾਂਦੇ, ਸਾਰਿਆਂ ਨੂੰ ਜਿੱਤਣ ਵਾਲੀ ਕੌਣ ਹੈ? ਇੱਕ ਮੌਤ। ਤੇ ਮੌਤ ਨੂੰ ਕਿਹਨੇ ਜਿੱਤਿਆ ਵਾ? ਸੰਤਾਂ ਨੇ, ਵਾਹਿਗੁਰੂ ਦੇ ਪਿਆਰਿਆਂ ਨੇ, ਪਰਮੇਸ਼ਰ ਦੇ ਪਿਆਰਿਆਂ ਨੇ, ਜਿਨ੍ਹਾਂ ਨੇ ਜੰਮਣ ਮਰਨ ਤੋਂ ਆਪਣਾ ਖਹਿੜਾ ਛਡਾ ਲਿਆ, ਜਿਹੜੇ ਜੰਮਣ ਮਰਨ ਤੋਂ ਰਹਿਤ ਹੋ ਗਏ ਨੇ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਬਾਏ, ਜਿਨ੍ਹਾਂ ਉੱਤੇ ਮੌਤ ਦਾ ਅਸਰ ਵੀ ਕੋਈ ਨਹੀਂ। ਕਿਉਂਕਿ ਦੁਨਿਆਵੀ ਤੌਰ ਤੇ ਜੇ ਦੇਖਿਆ ਜਾਵੇ ਤਾਂ ਕਈ ਵਾਰੀ ਬੰਦੇ ਨੂੰ ਨਾ, ਜਿਹਦੇ ਅੰਦਰ ਸਰੀਰ ਦੀ ਤਾਕਤ ਬਹੁਤ ਹੋਵੇ, ਉਹਨੂੰ ਕਈ ਵਾਰੀ ਇਹ ਮਾਣ ਹੋ ਜਾਂਦਾ ਹੈ ਕਿ ਮੈਂ ਬਹੁਤ ਤਾਕਤ ਵਾਲਾ ਹਾਂ, ਬਹੁਤ ਵੱਡਾ ਭਲਵਾਨ ਹਾਂ, ਮੇਰੇ ਜਿੰਨੀ ਤਾਕਤ ਕਿਸੇ ਦੇ ਵਿੱਚ ਨਹੀਂ, ਮੇਰੇ ਵਰਗਾ ਕੋਈ ਵੀ ਨਹੀਂ। ਪਰ ਗੁਰਬਾਣੀ ਨੇ ਦੋ ਪਦਾਰਥ ਮੰਨੇ ਆ। ਗੁਰਬਾਣੀ ਕਹਿੰਦੀ ਹੈ ਵੀ ਸੂਰਮਾ ਉਹਨੂੰ ਮੰਨਿਆ ਜਾਊਗਾ ਜਿਹੜਾ ਮੌਤ ਨੂੰ ਵੀ ਜਿੱਤ ਲਵੇ। ਜਾਂ ਸਰਬ ਜਿੱਤਣ ਰੂਪ ਕਿਹਨੂੰ ਮੰਨਿਆ ਗੁਰਬਾਣੀ ਨੇ? ਮਨ। ਗੁਰਬਾਣੀ ਕਹਿੰਦੀ ਹੈ ਮਨ ਨੂੰ ਜਿੱਤ ਲਾ, ਸਾਰੀ ਦੁਨੀਆ ਜਿੱਤ ਲੇਗਾ। ਦੂਜਾ ਸਰਬ ਜਿੱਤਣ ਦਾ ਰੂਪ ਕਿਹਨੂੰ ਮੰਨਿਆ? ਮੌਤ। ਕਿ ਮੌਤ ਹਰੇਕ ਨੂੰ ਜਿੱਤਦੀ ਹੈ।
ਸਿਕੰਦਰ ਵਰਗੇ ਬਾਦਸ਼ਾਹ ਨੂੰ ਵੀ ਉਹਨੇ ਜਿੱਤਿਆ ਹੈ। ਉਹ ਕੀ ਹੈ? ਮੌਤ। ਤਾਂ ਮੌਤ ਨੂੰ ਕਿਹਨੇ ਜਿੱਤਿਆ? ਵਾਹਿਗੁਰੂ ਦੇ ਪਿਆਰੇ ਨੇ। ਤੇ ਮਨ ਨੂੰ ਕਿਹਨੇ ਜਿੱਤਿਆ? ਵਾਹਿਗੁਰੂ ਦੇ ਪਿਆਰੇ ਨੇ। ਤਾਂ ਜਿਨ੍ਹੇ ਵਾਹਿਗੁਰੂ ਦੀ ਬੰਦਗੀ ਕਰ ਲਈ, ਗੁਰਬਾਣੀ ਉਹਨੂੰ ਸੂਰਮਾ ਮੰਨਦੀ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਸੂਰਮਾ ਕੌਣ ਆ ਜੀ? ਭਲਵਾਨ ਕੌਣ ਆ? ਮਹਾਰਾਜ ਕਹਿੰਦੇ ਆਤਮ ਜਿਣੈ ਸਗਲ ਵਸ ਤਾਕੈ। ਜਿਹੜਾ ਆਤਮ ਨੂੰ ਜਿੱਤੇ, ਮਨ ਨੂੰ ਜਿੱਤੇ, ਉਹ ਸਾਰਿਆਂ ਨੂੰ ਜਿੱਤ ਜਾਂਦਾ ਹੈ। ਮਨ ਜੀਤੇ ਜਗ ਜੀਤ। ਚਲੋ ਇੱਕ ਸਾਖੀ ਚੇਤੇ ਆ ਗਈ। ਈਰਾਨ ਦੇ ਕਾਜ਼ਮ ਨਾਮ ਦੇ ਸ਼ਹਿਰ 'ਚ ਇੱਕ ਵਿਅਕਤੀ ਰਹਿੰਦਾ ਸੀ, ਬੜਾ ਵੱਡਾ ਮਾਹਰ ਭਲਵਾਨ। ਬੜੇ ਉਹਨੇ ਡੋਲੇ ਛੋਲੇ ਬਣਾਏ, ਬੜਾ ਸਰੀਰ ਬਣਾਇਆ, ਬੜੀ ਖੁਰਾਕ ਸੀ। ਆਟੇ ਦਾ ਉਹ ਵੈਰੀ ਮੰਨਿਆ ਜਾਂਦਾ ਸੀ। ਜਿਹੜੇ ਘਰ ਚਲੇ ਜਾਂਦਾ ਸੀ, ਬੁੜੀਆਂ ਨੂੰ ਟੈਨਸ਼ਨ ਪੈ ਜਾਂਦੀ ਸੀ, ਫਿਕਰ ਪੈ ਜਾਂਦਾ ਸੀ ਵੀ ਇਹ ਬਸ ਗਈ ਹੁਣ ਪਰਾਤ ਜਿਹੜੀ ਆਟੇ ਦੀ ਗੁੰਨੀ ਆ। ਕਈ ਬੰਦੇ ਜੰਮੇ ਹੀ ਖਾਣ ਵਾਸਤੇ ਹੁੰਦੇ। ਬੜਾ ਕਸਰਤ ਕਰਨ ਵਾਲਾ ਮਾਹਰ ਭਲਵਾਨ ਸੀ। ਕੱਲਾ ਖਾਣ ਵਾਲਾ ਨਹੀਂ ਸੀ, ਛਕਣ ਵਾਲਾ ਨਹੀਂ ਸੀ, ਨਾਲ ਨਾਲ ਐਡਾ ਮਿਹਨਤੀ ਸੀ ਕਿ ਆਸੇ ਪਾਸੇ ਜਿੰਨੇ ਸ਼ਹਿਰ ਸੀ ਈਰਾਨ ਦੇ ਵਿੱਚ, ਉਹ ਜਿਹੜਾ ਕਾਜ਼ਮ ਨਾਮ ਦੇ ਸ਼ਹਿਰ 'ਚ ਰਹਿਣ ਵਾਲਾ ਭਲਵਾਨ ਸੀ ਨਾ, ਉਹਨੇ ਸਾਰਿਆਂ ਦੀ ਪਿੱਠ ਲਵਾ ਛੱਡੀ ਸੀ। ਹੁਣ ਜਦੋਂ ਉਹਨੇ ਸਾਰੇ ਖਾੜਿਆਂ 'ਚ ਪਿੱਠ ਲਵਾ ਦਿੱਤੀ ਭਲਵਾਨਾਂ ਦੀ, ਉਹਨੂੰ ਇੱਕ ਭੁਲੇਖਾ ਜਿਹਾ ਪੈ ਗਿਆ ਵੀ ਮੇਰੇ ਤੋਂ ਵੱਡਾ ਭਲਵਾਨ ਨਹੀਂ ਕੋਈ ਹੈ। ਜਿਵੇਂ ਖੂਹ ਦਾ ਜਿਹੜਾ ਡੱਡੂ ਹੁੰਦਾ ਨਾ, ਉਹ ਜੰਮਿਆ ਵੀ ਉਹਦੇ 'ਚ, ਪਲਿਆ ਵੀ ਉਹਦੇ 'ਚ, ਤੇ ਮਰਨਾ ਵੀ ਉਹਦੇ 'ਚ। ਜੇ ਬਾਹਰ ਨਿਕਲਿਆ ਹੋਵੇ ਤੇ ਉਹਨੂੰ ਪਤਾ ਲੱਗੇ ਵੀ ਖੂਹ ਨਾਲੋਂ ਵੱਧ ਪਾਣੀ ਤੇ ਸਮੁੰਦਰ 'ਚ, ਨਦੀਆਂ 'ਚ, ਨਾਲਿਆਂ 'ਚ ਹੈ। ਪਰ ਉਹ ਕਹਿੰਦਾ ਨਾ ਨਾ ਨਾ, ਬੱਲੇ ਬੱਲੇ ਬਈ। ਉਹ ਖੂਹ ਦੀ ਗੇੜੀ ਮਾਰ ਕੇ ਕਹਿੰਦਾ ਬਈ ਆਪਣੇ ਵਰਗਾ ਕੋਈ ਹੈ ਤਾਕਤਵਰ। ਲਾਗੇ ਲਾਗੇ ਸ਼ਹਿਰਾਂ ਦੇ ਵਿੱਚ ਇਹਨੇ ਸਾਰਿਆਂ ਦੀ ਢੂਈ ਲਵਾ ਦਿੱਤੀ ਸੀ। ਇਸ ਕਰਕੇ ਇਹ ਕਹਿੰਦਾ ਸੀ, ਇਹਨੂੰ ਇੱਕ ਵਹਿਮ ਪੈ ਗਿਆ ਵੀ ਮੇਰੇ ਵਰਗਾ ਭਲਵਾਨ ਨਹੀਂ ਜੰਮਣਾ ਕੋਈ, ਮੇਰੇ ਵਰਗਾ ਤਾਕਤਵਰ ਨਹੀਂ ਹੋਣਾ ਕੋਈ। ਇਸ ਕਰਕੇ ਬਹੁਤਾ ਘਮੰਡ ਆ ਗਿਆ, ਬਹੁਤਾ ਹੰਕਾਰ ਆ ਗਿਆ। ਇੱਕ ਦਿਨ ਹਮਾਮ ਦੇ ਵਿੱਚ, ਪੁਰਾਣੇ ਜ਼ਮਾਨੇ 'ਚ ਤੁਸੀਂ ਜਾਣਦੇ ਹੋ ਕਿ ਹਮਾਮ ਦੇ ਵਿੱਚ ਲੋਕ ਇਸ਼ਨਾਨ ਕਰਦੇ ਹੁੰਦੇ ਸੀ ਇਕੱਠੇ ਹੋ ਕੇ। ਅੱਡ ਅੱਡ ਹਮਾਮ ਬਣੇ ਹੁੰਦੇ ਸੀ, ਤੇ ਉੱਥੇ ਕਾਫੀ ਮਰਦ ਹਮਾਮ ਦੇ ਵਿੱਚ ਨਾ ਇਸ਼ਨਾਨ ਕਰਦੇ ਪਏ। ਉੱਥੇ ਇੱਕ ਪੁਰਾਣੇ ਜ਼ਮਾਨੇ ਦੇ ਭਲਵਾਨ ਦੀ ਤਸਵੀਰ ਕੰਧ ਉੱਤੇ ਵਗੀ, ਜਿਹੜਾ ਆਪਣੇ ਦੌਰ ਦਾ ਭਲਵਾਨਾਂ ਵਿੱਚੋਂ ਸਭ ਤੋਂ ਵੱਡਾ ਭਲਵਾਨ ਸੀ, ਤੇ ਆਉਣ ਵਾਲੇ ਭਲਵਾਨਾਂ ਵਾਸਤੇ ਉਹ ਇੱਕ ਆਦਰਸ਼ ਸੀ, ਇੱਕ ਸ਼ੀਸ਼ਾ ਸੀ, ਇੱਕ ਮਾਰਗਦਰਸ਼ਕ ਸੀ ਵੀ ਜੇ ਭਲਵਾਨ ਬਣਨਾ ਤੇ ਇੱਦਾਂ ਦੇ ਬਣੋ। ਉਹ ਜਿਹੜੀ ਫੋਟੋ ਵਗੀ ਹੋਈ ਸੀ ਕੰਧ ਉੱਤੇ, ਉਹ ਜਿਹੜਾ ਭਲਵਾਨ ਜਿਹਨੂੰ ਸਾਰੇ ਭਲਵਾਨ ਮੱਥਾ ਟੇਕਦੇ ਸੀ, ਕੁਸ਼ਤੀ ਕਰਨ ਤੋਂ ਪਹਿਲਾਂ ਫੋਟੋ ਦੀ ਪੂਜਾ ਕਰਦੇ ਸੀ ਕਿ ਅਸੀਂ ਵੀ ਇਹਦੇ ਵਰਗੇ ਬਣਨਾ, ਇਹ ਸਾਡਾ ਮਾਰਗਦਰਸ਼ਕ ਹੈ। ਉਸ ਭਲਵਾਨ ਦੀ ਫੋਟੋ ਤੇ ਬਾਂਹ ਉੱਤੇ ਨਾ ਸ਼ੇਰ ਵਗਿਆ ਸੀ, ਜਿਵੇਂ ਅੱਜ ਕੱਲ੍ਹ ਟੈਟੂ ਪਾਉਂਦੇ ਆ ਨਾ ਮਸ਼ੀਨਾਂ ਨਾਲ, ਇੱਦਾਂ ਉਹਨੇ ਨਾ ਫਿਰ ਸ਼ੇਰ ਉਹਦੀ ਬਾਂਹ ਤੇ ਵਗਿਆ, ਜਿਹੜਾ ਕਿ ਸਾਹਸ ਤੇ ਤਾਕਤ ਦਾ ਪ੍ਰਤੀਕ ਹੈ। ਸ਼ੇਰ ਵਾਹੁਣਾ ਸਰੀਰ ਉੱਤੇ ਵੀ ਇਹ ਬੰਦਾ ਸਭ ਤੋਂ ਸਾਹਸੀ ਤੇ ਤਾਕਤਵਰ ਹੈ। ਇਹ ਵੇਖ ਕੇ ਉਹ ਜਿਹੜਾ ਜਵਾਨ ਭਲਵਾਨ ਸੀ, ਉਹਦੇ ਮਨ ਦੇ ਵਿੱਚ ਆਈ ਵੀ ਜਦੋਂ ਆਪਾਂ ਹੁਣ ਸਾਰੇ ਖਾੜਿਆਂ ਦੇ ਭਲਵਾਨਾਂ ਨੂੰ ਧੂਲ ਚਟਾਤੀ ਆ, ਹੁਣ ਆ ਜਿਹੜਾ ਕੰਧ ਤੇ ਜਿਸ ਭਲਵਾਨ ਦੀ ਫੋਟੋ ਹੈ, ਇਹਦੇ ਤੇ ਮੇਰੇ 'ਚ ਫਿਰ ਇੰਨਾ ਕੁ ਫਰਕ ਆ ਵੀ ਇਹਦੀ ਬਾਂਹ ਤੇ ਸ਼ੇਰ ਵਗਿਆ ਤੇ ਸਾਡੀ ਤੇ ਵਗਿਆ ਨਹੀਂ। ਇਸ ਕਰਕੇ ਆਪਾਂ ਵੀ ਹੁਣ ਫਿਰ ਬਰਾਬਰ ਦੇ ਹੋਈਏ। ਆਉਣ ਵਾਲੇ ਸਮੇਂ ਲੋਕ ਸਾਨੂੰ ਵੀ ਯਾਦ ਕਰਿਆ ਕਰਨਗੇ। ਤੇ ਸੋਚ ਕੇ ਵਿਚਾਰ ਕੇ ਉਹ ਉਸ ਬੰਦੇ ਕੋਲੇ ਚਲੇ ਗਿਆ ਜਿਹੜਾ ਉਸ ਜ਼ਮਾਨੇ ਵਿੱਚ ਨਾ ਸਰੀਰ ਉੱਤੇ ਸ਼ੇਰ ਵਾਹੁੰਦਾ ਹੁੰਦਾ ਸੀ। ਹੁਣ ਉਹ ਪੁਰਾਣਾ ਸਮਾਂ ਸੀ,
ਜਿਹੜਾ ਸ਼ੇਰ ਸਰੀਰ ਤੇ ਗਦਾਉਣਾ ਵਾ, ਜਿਵੇਂ ਅੱਜ ਕੱਲ੍ਹ ਲੋਕ ਨਕਾਸ਼ੀ ਕਰਾਉਂਦੇ ਨਾ, ਖੂਬਸੂਰਤ ਬੜੇ ਟੈਟੂ ਜੇ ਵਾਏ ਹੁੰਦੇ, ਤਾਂ ਉਹ ਪੁਰਾਣਾ ਜ਼ਮਾਨਾ, ਉਦੋਂ ਬਹੁਤ ਦਰਦ ਬਰਦਾਸ਼ਤ ਕਰਨਾ ਪੈਂਦਾ ਹੁੰਦਾ ਸੀ। ਅੱਜ ਕੱਲ੍ਹ ਵਾਂਗ ਜਿਵੇਂ ਮਸ਼ੀਨਾਂ ਆ ਗਈਆਂ ਨੇ, ਇਸ ਤਰ੍ਹਾਂ ਥੋੜ੍ਹਾ ਹੁੰਦਾ ਸੀ ਵੀ ਸਟਿੱਕਰ ਆ ਗਏ ਆ, ਮਾੜੇ ਜਿਹੇ ਉੱਤੇ ਵਾਹੋ, ਰੱਖੋ, ਜੋੜੋ ਅਤੇ ਲਾ ਦਿਓ ਖਿੱਚ ਕੇ ਅਤੇ ਵਗ ਗਿਆ। ਉਹ ਪੁਰਾਣੇ ਸਮੇਂ ਕਹਿੰਦੇ ਬਹੁਤ ਦਰਦ ਸਹਾਰਨਾ ਪੈਂਦਾ ਸੀ। ਉਹ ਭਲਵਾਨ ਜਾ ਕੇ ਉਹਨੂੰ ਗੋਦਣ ਵਾਲੇ ਨੂੰ ਕਹਿੰਦਾ, ਕਾਰੀਗਰ ਨੂੰ, ਵੀ ਮੇਰੀ ਪਿੱਠ 'ਤੇ ਇੱਕ ਸੋਹਣਾ ਜਿਹਾ ਸ਼ੇਰ 'ਤੇ ਵਾਹ। ਉਸਤਾਦ ਕਾਰੀਗਰ ਨੇ ਆਪਣੇ ਨਛੱਤਰ, ਜਿਹੜੇ ਨਸ਼ਤਰ ਸੀ ਨਾ, ਨਸ਼ਤਰ, ਉਹ ਫਿਰ ਗਰਮ ਕੀਤੇ, ਔਜ਼ਾਰ ਗਰਮ ਕੀਤੇ, ਜਿਨ੍ਹਾਂ ਨਾਲ ਪੁਰਾਣੇ ਸਮੇਂ ਸ਼ੇਰ ਵਹਿੰਦਾ ਹੁੰਦਾ। ਜਿਵੇਂ ਹੀ ਉਹਨੇ ਗਰਮ ਨਸ਼ਤਰ ਭਲਵਾਨ ਦੀ ਪਿੱਠ 'ਤੇ ਚਬੋਇਆ, ਦਰਦ ਹੋਇਆ, ਲਹੂ ਨਿਕਲਿਆ, ਉਹਦੀਆਂ ਚੀਕਾਂ ਨਿਕਲ ਗਈਆਂ। ਕਹਿਣ ਲੱਗਾ, ਉਸਤਾਦ ਕੀ ਕਰਦਾ ਵਾਂ, ਦਰਦ ਦੇ ਨਾਲ ਮੇਰਾ ਬੁਰਾ ਹਾਲ ਹੈ। ਤੇ ਕਾਰੀਗਰ ਕਹਿਣ ਲੱਗਾ ਵੀ ਤੂੰ ਆਪ ਹੀ ਤੇ ਕਿਹਾ ਵੀ ਮੇਰੀ ਪਿੱਠ 'ਤੇ ਸ਼ੇਰ ਵਾਹ ਦੇ, ਉਹੀ ਤੇ ਕਰਦਾ ਪਿਆ ਵਾਂ। ਭਲਵਾਨ ਕਹਿਣ ਲੱਗਾ, ਇਹ ਕਿੱਦਾਂ ਦਾ ਸ਼ੇਰ ਵਾਹੁਣਾ ਵਾ ਜਿਹਦੇ ਨਾਲ ਮੇਰੀ ਤੂੰ ਜਾਨ ਕੱਢ ਦੇਣ ਲੱਗਾ ਸੀ, ਇੰਨੀ ਤਕਲੀਫ। ਉਸਤਾਦ ਕਹਿੰਦਾ, ਕਾਰੀਗਰ ਕਹਿੰਦਾ, ਸ਼ੇਰ ਵਗ ਰਿਹਾ ਵਾ, ਕੋਈ ਬਿੱਲੀ ਵਗ ਰਹੀ ਆ ਜਾਂ ਕੋਈ ਚੂਚਾ ਵਗ ਰਿਹਾ ਤੇਰੇ ਸਰੀਰ 'ਤੇ? ਹੁਣ ਜਿੱਡਾ ਸ਼ੇਰ ਹੈ ਉਨੀ ਪੀੜ ਚੁੱਕ ਸਿਰ 'ਤੇ, ਇੰਨੀ ਤੇ ਸਹਾਰ ਨਹੀਂ ਪਊਗੀ ਨਾ, ਸਾਰੀ ਪਿੱਠ 'ਤੇ ਸ਼ੇਰ ਵਗਣਾ ਹੈ। ਉਸਤਾਦ, ਉਹ ਭਲਵਾਨ ਨੇ ਆਖਿਆ ਵੀ ਸ਼ੇਰ ਦਾ ਕਿਹੜਾ ਹਿੱਸਾ ਬਣਾਉਣਾ ਸ਼ੁਰੂ ਕੀਤਾ ਜਦੋਂ? ਉਸਤਾਦ ਕਹਿਣ ਲੱਗਾ, ਅਜੇ ਤੇ ਪੂਛ ਹੀ ਬਣਾਉਣ ਲੱਗਾ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਲਵਾਨ ਕਹਿੰਦਾ, ਛੱਡ, ਕਿਹੜਾ ਸ਼ੇਰ ਦੀ ਕਿਸੇ ਨੇ ਪੂਛ ਵੇਖਣੀ ਆ, ਬਿਨਾਂ ਪੂਛ ਤੋਂ ਹੀ ਬਣਾ ਦੇ। ਕਾਰੀਗਰ ਕਹਿਣ ਲੱਗਾ, ਜੇ ਕਿਸੇ ਨੇ ਪੁੱਛਿਆ, ਓਏ ਸ਼ੇਰ ਬਿਨਾਂ ਪੂਛ ਤੋਂ ਹੀ? ਕਹਿੰਦਾ, ਕੋਈ ਨਹੀਂ, ਕਹਿ ਦਾਂਗੇ, ਹਾਥੀਆਂ ਨਾਲ ਲੜਦਿਆਂ ਟੁੱਟ ਗਈ ਸੀ। ਉਸਤਾਦ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹ ਕਲਾਕਾਰ ਸੀ, ਬੜੀ ਉਹਦੀ ਮਸ਼ਹੂਰੀ ਸੀ ਵੀ ਇਹ ਬੜੇ ਸੋਹਣੇ ਸਰੀਰ ਉੱਤੇ ਨਾ ਨਕਸ਼ੇ ਵਾਹੁੰਦਾ ਹੈ, ਬੜੇ ਸੋਹਣੇ ਫੋਟੋ ਚਿੱਤਰਦਾ ਹੈ। ਚਲੋ ਉਹਨੇ ਮਨ ਮਾਰ ਕੇ ਸੋਚਿਆ ਵੀ ਚੱਲ ਹੁਣ ਕੀ ਕਰੀਏ, ਪੈਸੇ ਇੰਨੇ ਦੇਣੇ ਆ, ਵਗਾਉਣਾ ਇੰਨੇ ਆ, ਤੇ ਮਨ 'ਚ ਤੇ ਉਹਦੇ ਆਇਆ ਵੀ ਬਿਨਾਂ ਪੂਛ ਤੋਂ ਸ਼ੇਰ। ਪਰ ਚੱਲ, ਕਹਿੰਦਾ, ਪੈਸੇ ਲੈਣੇ ਸਾਨੂੰ ਕੀ, ਖਸਮਾਂ ਨੂੰ ਖਾਵੇ। ਉਹਨੇ ਬਿਨਾਂ ਪੂਛ ਤੋਂ ਸ਼ੇਰ ਵਾਹੁਣਾ ਸ਼ੁਰੂ ਕਰਤਾ। ਹੁਣ ਜਦੋਂ ਦੁਬਾਰਾ ਉਹਨੇ ਸ਼ੇਰ ਵਾਹੁਣਾ ਸ਼ੁਰੂ ਕੀਤਾ, ਫਿਰ ਚੀਕਾਂ ਨਿਕਲੀਆਂ ਤੇ ਕਹਿੰਦਾ, ਉਸਤਾਦ ਕੀ ਬਣਾਈ ਜਾਂਦਾ ਵਾ ਜਿਹੜੀ ਇੰਨੀ ਪੀੜ ਹੋ ਰਹੀ ਆ? ਕਹਿੰਦਾ, ਸ਼ੇਰ ਦਾ ਢਿੱਡ ਬਣਾਉਣਾ ਪਿਆ। ਉਸਤਾਦ ਨੇ ਜਵਾਬ ਦਿੱਤਾ। ਉਹ ਕਹਿੰਦਾ, ਛੱਡ ਖਹਿੜਾ, ਢਿੱਡ ਤੋਂ ਤੂੰ ਕੀ ਲੈਣਾ ਵਾ, ਹੋਰ ਕੁਝ ਬਣਾ। ਉਹ ਉਸਤਾਦ ਗੁੱਸੇ ਜਾਣ ਕੇ ਕਹਿਣ ਲੱਗਾ, ਕਿਸੇ ਨੇ ਅੱਜ ਤੱਕ ਬਿਨਾਂ ਪੂਛ ਤੋਂ, ਬਿਨਾਂ ਢਿੱਡ ਤੋਂ ਸ਼ੇਰ ਵੇਖਿਆ? ਜਦੋਂ ਤੂੰ ਇੱਕ ਨਸ਼ਤਰ ਦਾ ਦਰਦ ਨਹੀਂ ਬਰਦਾਸ਼ਤ ਕਰ ਸਕਦਾ ਤੇ ਆਪਦੇ ਆਪ ਨੂੰ ਏਡਾ ਵੱਡਾ ਭਲਵਾਨ ਕਿਵੇਂ ਸਮਝ ਲਿਆ? ਉਹ ਕਹਿੰਦੇ, ਫਿਰ ਉਦੋਂ ਤੋਂ ਬਿਨਾਂ ਪੂਛ ਤੇ ਬਿਨਾਂ ਢਿੱਡ ਤੋਂ ਸ਼ੇਰ ਵਗਣੇ ਸ਼ੁਰੂ ਹੋਏ, ਜਿਹੜੇ ਹਰੇਕ ਨੇ ਆਪਦੀਆਂ ਬਾਹਾਂ 'ਤੇ ਵਾਹੇ ਹੁੰਦੇ ਆ, ਆਪਦੀਆਂ ਧੌਣਾਂ 'ਤੇ ਲਾਏ ਹੁੰਦੇ ਆ। ਇਸ ਕਰਕੇ ਮਹਾਂਪੁਰਖ ਕੀ ਕਹਿੰਦੇ ਆ, ਸੱਜਣਾ, ਸੂਰਮਾ ਉਹ ਨਹੀਂ। ਜੇ ਸੂਰਮਾ ਵੇਖਣਾ ਹੈ ਤੇ ਸੂਰਮਾ ਕੌਣ ਹੈ? ਜਿਹੜਾ ਬੰਦਗੀ ਕਰੇ, ਜਿਹੜਾ ਭਗਤੀ ਕਰੇ। ਕਿੱਡੇ ਵੱਡੇ ਭਲਵਾਨ ਹੋਣਗੇ ਭਾਈ ਮਨੀ ਸਿੰਘ ਜੀ, ਜਿਨ੍ਹਾਂ ਬੰਦ ਕਟਾ ਲਿਆ। ਕਿੱਡੇ ਵੱਡੇ ਭਲਵਾਨ ਹੋਣਗੇ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਕੈਂਚੀ ਨਹੀਂ ਸਿਰ ਨੂੰ ਲਾਉਣ ਦਿੱਤੀ, ਆਖਿਆ ਖੋਪਰ ਲਾਉਣਾ ਲਾ ਦਿਓ, ਕੇਸ ਨਹੀਂ ਕੱਟਣੇ ਬਈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਇਹ ਕੀ ਨੇ? ਧਰਮ ਦੀ ਦੁਨੀਆ ਦੇ ਭਲਵਾਨ ਨੇ, ਜਿਨ੍ਹਾਂ ਨੇ ਨਾ ਆਪਣੇ ਮਨ ਨੂੰ ਜਿੱਤਿਆ ਹੋਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਇਹਨਾਂ ਨੂੰ ਵੀ ਨਮਸਕਾਰ ਹੈ। ਕਿਉਂ ਨਮਸਕਾਰ ਹੈ? ਕਿਉਂਕਿ ਜਿਸ ਮਨ ਨੇ ਸਰਬ ਜੀਤੰ, ਜਿਸ ਮਨ ਨੇ ਸਭ ਨੂੰ ਜਿੱਤ ਲਿਆ, ਉਸ ਮਨ ਨੂੰ ਇਹਨਾਂ ਨੇ ਜਿੱਤਿਆ ਹੈ। ਜਾਂ ਜਿਸ ਮੌਤ ਨੇ, ਕਾਲ ਨੇ ਸਭ ਨੂੰ ਜਿੱਤ ਲਿਆ,
जिस मौत अगे कोई नहीं ठहर पाया, उस मौत नूं इन्हां सतपुरखां ने, महापुरुषां ने कमाई करके, बंदगी करके, भगती करके जित लिया है। इस करके गुरबाणी दे विच इन्हां ताईं भी नमो भाव की आ, नमस्कार है। नमो सर्ब भीतं, भीत कहिंदे ने डरना, जां इदां भी अर्थ हो जांदा भी पासे करके, तंग पासे करके। मुख अर्थ की है डरना, संगिया भै। हे अकाल पुरख, तू सारे दुष्टां नूं डंड दे के भयभीत करन वाला है। जिथे भगतां वास्ते तेरा प्यारा स्वरूप है, उथे पापियां नूं पाप दी सज़ा तो सज़ा देण वास्ते, पापियां दे पाप कर्म छडाउण वास्ते आप जी भयभीत स्वरूप भी रखते हो कि किसी तरह ये माड़े कर्म छड्ड देण। वो किहड़ा यमराजे का स्वरूप है, मौत का स्वरूप है, जमा का स्वरूप है। ऐसे वाहिगुरू जी दे ताई महाराज कहंदे नमस्कार है। जां हे अकाल पुरख जी, आप तंग मैंने तेरा, भी मैंने भै, सर्ब मैंने हर जगह ते व्याप रहा है। भाव सारे तेरे भै दे विच चलदे हन। जां भीत का अर्थ हुंदा पित, पित कहिंदे ने चोगे नूं, भोजन नूं। हे वाहिगुरू जी, आप जी सर्ब नूं भीतंग भित भोजन देण वाले हो। आप जी दे ताई नमस्कार है। नमो सर्ब ज्ञानं, हे अकाल पुरख जी, सच्चे पातशाह जी, ज्ञान कहिंदे बोध जानना, समझ बड़े अर्थ ने। आप सर्ब प्रकार का बोध रखते हो, ज्ञान स्वरूप हो। आप जी नूं नमस्कार है। ब्रह्म ज्ञानी संतां नूं भी ज्ञान स्वरूप मन्निया गया है। फर्क सिर्फ इन्ना क मन्निया वा भी रब नूं सुते सिद्ध ही पता हुंदा सब कुछ। ब्रह्म ज्ञानियां दा ते रब दा इन्ना क फर्क मन्निया गया कि उन्हां नूं समाधि विच जाके देखना पैंदा है ते परमेश्वर नूं देखण दी लोड़ नहीं, वो सुते सिद्ध ही सब कुछ जानता है। इस करके सर्वबोध रूप, सर्व ज्ञान रूप कौन है? वो परमेश्वर है। तो उस परमेश्वर दे ताई महाराज कहते नमस्कार है। नमो परम तानं, हे अकाल पुरख जी, तुसी परम वड्डे तान बल वाले हो। आप जी तो वड्डा बल ताकत किसे विच नहीं। आप जी बल दो ते सेवा हुंदी है, बल दो ते सिमरन हुंदा है। आप बल दो तो बाणी पढ़ी जाती है। हुण तुसीं हिसाब लाओ, किते दास मन दे विच विचारदा पिया सी, सोचदा पिया सी, एक पिंड दा ग्रंथी है, जिन्नी रब ने सेवा लैनी उन्ना ही बल देना है। वो 2 टाइम महाराज दा अमृत वेले प्रकाश, रात नूं सुखासन, उन्होंने रब ने ये बल दिता। क्यों? रब ने यही सेवा लैनी उतो। दूसरे बन्ने एक संत है, महात्मा है, वो 50 गुरुद्वारियां की सेवा कराउंदा पिया ते 50 गुरुद्वारियां च उहदा ध्यान रहिंदा है। हर गुरुद्वारे का ख्याल रखदा, उत्थे प्रकाश होया कि नहीं, उत्थे नितनेम होया कि नहीं, उत्थे मर्यादा चलदी कि नहीं। इत्थों इदां नहीं लगदा कि जिड्डी क रब ने सेवा लैनी आ उन्ना क बल दे छड़दा है, ते दूसरे बन्ने जिन्हां तो जिड्डी सेवा लैनी उन्ना ही बल दिता है। श्रीमान संत ज्ञानी करतार सिंह जी खालसा पिंडरां वाले 5-5, 6-6, 7-7, अखीर 8-8 जगह भी कथा कर लेंदे सी। नाल नितनेम च भी नहीं नागा पैंदा सी, नाल अमृत वेले च भी नहीं नागा पैंदा सी, नाल संथਿਆ 'ਚ भी नहीं सी नागा पैण दिंदे। इन्ना बल किन्ने दिता सी? तां बल रूप कौन है? परमेश्वर। इस करके परमेश्वर वाहिगुरू अगे अरदास करनी चाहिदी है कि हे सच्चे पातशाह जी, बल दे सेवा करन दा, बल दे सिमरन करन दा, बल दे बाणी पढ़न दा, बल दे कि तेरे बचना ते तेरे हुक्मां ते चल सकीए। इस करके परम तान स्वरूप कौन है? वाहिगुरू परमेश्वर। जां फिर
हे अकाल पुरख जी आप परम तानंग, परम उत्कृष्ट तान ਸਰੂਪ। ਸੰਗੀਤ ਦੇ ਵਿੱਚ ਤਾਨਾਂ ਮੰਨੀਆਂ ਹੈ। उत्कृष्ट तान, सब तो सोहनी तान आप ही हो। आप जी दे ताई नमस्कार है। नमो सर्ब मंत्रं, नमो सर्ब जंत्रं। ये अकाल पुरख जी आप सारे मंत्रां विच मंत्र शक्ति का आधार स्वरूप हो। जिहड़ी मंत्र शक्ति है वो आप जी दे बल करके चलती है। जिन्हें भी जिहड़ा मंत्र संसार दे विच बनाया है उन्होंने पहला तेरी भगती करनी पई, कमाई करनी पई, तां उहदे बोलां विच ताकत आई ते उन्हां बोलां नूं, उन्हां मंत्रां नूं, शब्दां नूं पढ़ के फिर संसार च कामनावां पूरीआं हुंदियां ने। ये बल आप जी दा ही है। आप जी किरपा करदे हो ते मंत्र दे विच बल आउंदा है। आप जी दे ताईं नमस्कार है। नमो सर्ब जंत्रं, हे अकाल पुरख तू ही सारे जंत्रां विच जंत्र स्वरूप है। जंत्रां दे विच जिहड़ी ताकत है, मंत्र हो गए बोलण वाले, जंत्र हो गए लिखण वाले। लिख के जिवें तवीज हुंदे ना, तवीत हुंदे ने, लिख के लकीरां खिच के विच अंक भरे जाने, जंत्र बनाउणे। ये जंत्रां दे विच भी जिहड़ी ताकत है वो आप जी दी ही है। आप जी दे ताई नमस्कार है। आप जी दी किरपा तो बिना कोई मंत्र नहीं चलदे, कोई जंत्र नहीं चलदे। जिहड़े तेरा नाम जपदे ने उन्हां उत्ते किसी दुनियावी मंत्रां जंत्रां दा असर नहीं पैंदा है। ते जिहड़ी धर्म दे मंत्रां विच भी ताकत है वो भी तेरी ताकत ही है। इस करके मंत्र भी स्वरूप आप ही हो ते जंत्र स्वरूप भी आप ही हो। नमो सर्वदृशं, नमो सर्वकृशं। दृश्य मैंने दृश्य देखना, आ जो भी दिखाई देने वाला दृश्य है ये संपूर्ण जगत तेरा ही सच्चे पातशाह अस्थूल रूप है। जो भी दिखता पिया है, जो दिशै सो तेरा रूप, गुण निधान गोविंद अनूप। आप जी ही हर जगह संसार च बैठे हो। आप जी दे ताई नमस्कार है। ਜਾਂ ਨਮੋ ਸਰਬ ਦ੍ਰਿਸ਼ੰਗ, ਸਰਬ ਸੰਪੂਰਨ ਜੀਵਾਂ ਦੇ ਦ੍ਰਿਸ਼ ਕਿਰਿਆ ਨੂੰ, ਕਲਾਪ ਨੂੰ, ਕਰਮਾਂ ਨੂੰ ਆਪ ਦੇਖਣ ਵਾਲੇ ਹੋ। ਸਭ ਕੁਝ ਸੁਣਦੇ ਹੋ, ਸਭ ਕੁਝ ਦੇਖਦੇ ਹੋ। ਅਨ ਬੋਲੇ ਕੋ ਤੂੰ ਹੀ ਪਛਾਨੈ, ਜੋ ਜੀਵਨ ਮਹਿ ਹੋਤਾ। ਗੁਰਬਾਣੀ ਦਾ ਬੜਾ ਸੋਹਣਾ ਪ੍ਰਮਾਣ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ। ਕਈ ਗੱਲਾਂ ਅਸੀਂ ਲੁਕੋ ਜਾਂਦੇ ਢਿੱਡ 'ਚ ਤੇ ਮੂੰਹੋਂ ਕੁਝ ਹੋਰ ਬੋਲ ਕੇ ਦਿਖਾਉਂਦੇ, ਅਗਲੇ ਨੂੰ ਠੱਗੀ ਮਾਰਦੇ ਆ, ਅਗਲੇ ਨੂੰ ਬੇਵਕੂਫ ਬਣਾਉਂਦੇ ਆ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਅਨ ਬੋਲੇ ਕੋ ਤੂੰ ਹੀ ਪਛਾਨੈ, ਜੋ ਜੀਵਨ ਮੈਂ ਹੋਤਾ। ਜਿੰਨਾ ਮਰਜ਼ੀ ਢਿੱਡ 'ਚ ਲੁਕੋ ਕੇ ਰੱਖ, ਰੱਬ ਸਭ ਜਾਣਦਾ ਹੈ। ਨਮੋ ਸਰਬ ਦ੍ਰਿਸ਼ੰ, ਉਹ ਸਭ ਦੇਖਦਾ ਹੈ, ਉਹ ਸਭ ਸੁਣਦਾ, ਸਭ ਕੁਝ ਸੁਣਦਾ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਐਸੇ ਵਾਹਿਗੁਰੂ ਜੀ ਦੇ ਤਾਂ ਹੀ ਮਹਾਰਾਜ ਕਹਿੰਦੇ ਨਮਸਕਾਰ ਹੈ। ਨਮੋ ਸਰਬ ਕ੍ਰਿਸੰ, ਕ੍ਰਿਸ ਕਹਿੰਦੇ ਨੇ ਕਮਜ਼ੋਰ ਨੂੰ, ਕ੍ਰਿਸ ਕਹਿੰਦੇ ਨੇ ਖਿੱਚ ਪੈਣ ਨੂੰ, ਕ੍ਰਿਸ ਕਹਿੰਦੇ ਨੇ ਖੇਤੀ ਨੂੰ। हे ਅਕਾਲ ਪੁਰਖ ਤੂੰ ਸਭ ਤੋਂ ਕ੍ਰਿਸ ਮੈਨੇ ਕਮਜ਼ੋਰ, ਭਾਵ ਅਰਥ ਕੀ ਲੈਣਾ, ਕਮਜ਼ੋਰ ਤੇ ਹੁਣ ਕਰ ਨਹੀਂ ਸਕਦੇ, ਭਾਵ ਸੂਖਮ ਰੂਪ ਜਿਹੜਾ ਪਕੜ 'ਚ ਨਹੀਂ ਆਉਂਦਾ। ਜਿਵੇਂ ਟੈਲੀਸਕੋਪ ਬਣੇ ਆ ਨਾ ਦੂਰ ਦੇਖਣ ਲਈ, ਇਸੇ ਤਰ੍ਹਾਂ ਮਾਈਕਰੋਸਕੋਪ ਬਣੇ ਨੇ ਛੋਟੇ ਤੋਂ ਛੋਟਾ ਦੇਖਣ ਵਾਸਤੇ। ਕਿਸੇ ਮਾਈਕਰੋਸਕੋਪ ਦੇ ਨਾਲ ਵੀ ਤੇਰਾ ਸਰੂਪ ਦੇਖਣ 'ਚ ਨਹੀਂ ਆਉਂਦਾ। ਹਰ ਜੀ ਸੂਖਮ ਅਗੰਮ ਹੈ, ਕਿਤ ਬਿਦ ਮਿਲਿਆ ਜਾਏ। ਐਸਾ ਕ੍ਰਿਸ ਸਰੂਪ ਹੈ, ਸੂਖਮ ਸਰੂਪ ਹੈ। ਜਾਂ ਕ੍ਰਿਸ਼ ਕਹਿੰਦੇ ਖਿੱਚ ਪਾਉਣ ਵਾਲੇ ਨੂੰ। ਪਰਮੇਸ਼ਰ ਦੀ ਸੁੰਦਰਤਾ ਹੀ ਸਾਰਿਆਂ ਨੂੰ ਆਪਣੇ ਵੱਲ ਖਿੱਚਦੀ ਹੈ। ਹੁਣ ਬੱਚਾ ਜਿਹੜਾ, ਉਹਦੀ ਖਿੱਚ ਕੀ ਹੈ, ਉਹਦੇ ਵਿੱਚ ਪਰਮੇਸ਼ਰ ਦੀ ਸੁੰਦਰਤਾ ਹੈ। ਤਾਂ ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ, ਜਿਸ ਕਰਕੇ ਖਿੱਚ ਪੈਂਦੀ ਹੈ। ਐਸੇ ਵਾਹਿਗੁਰੂ ਤਾਂ ਹੀ ਨਮਸਕਾਰ ਹੈ। ਨਮੋ ਸਰਬ ਰੰਗੇ, ਤ੍ਰਿਭੰਗੀ ਅਨੰਗੇ। ਇਹ ਅਕਾਲ ਪੁਰਖ ਜੀ ਆਪ ਹੀ ਸਰਬ ਪ੍ਰਕਾਰ ਦੇ ਰੰਗੇ ਕੌਤਕਾਂ ਨੂੰ ਕਰਨ ਵਾਲੇ ਹੋ।
ਬਹੁ ਰੰਗੀ ਹੋ। ਆਪ ਜੀ ਦੇ ਤਾਈ ਨਮਸਕਾਰ ਹੈ। ਇਹੋ ਜਿਹੇ ਕੌਤਕ ਕਰ ਦਿੰਦੇ ਹੋ ਜਿਹੜੇ ਦੁਨੀਆ ਦੇ ਵਿੱਚ ਹੋਣੇ ਨਾਮੁਮਕਿਨ ਨੇ, ਜਿਹੜੇ ਹੋ ਨਹੀਂ ਸਕਦੇ। ਜਿਵੇਂ ਕੁਦਰਤੀ ਸੁਭਾਅ ਹੁੰਦਾ ਨਾ, ਕੁਦਰਤੀ ਸੁਭਾਅ ਬਦਲ ਸਕਦਾ ਕਿਸੇ ਦਾ। ਜਿਵੇਂ ਸ਼ੇਰ ਦਾ ਸੁਭਾਅ ਕੀ ਹੈ, ਕੁਦਰਤ ਨੇ ਉਹਨੂੰ ਕੀ ਦਿੱਤਾ, ਮਾਸ ਖਾਣਾ, ਉਹਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੋਰ ਜਿਹੜੇ ਪਸ਼ੂ ਨੇ, ਉਹਨਾਂ ਦਾ ਸੁਭਾਅ ਕੁਦਰਤ ਨੇ ਦਿੱਤਾ ਹੈ। ਜੀਵ ਜੰਤੂਆਂ ਨੂੰ ਪਾਪ ਪੁੰਨ ਕਿਉਂ ਨਹੀਂ ਲੱਗਦਾ? ਕਿਉਂਕਿ ਉਹਨਾਂ 'ਚ ਕੁਦਰਤੀ ਸੁਭਾਅ ਵਰਤਦਾ ਪਿਆ ਹੈ। ਉਹਨਾਂ ਨੂੰ ਨਹੀਂ ਪਤਾ ਵੀ ਕੀ ਮਾੜਾ ਤੇ ਕੀ ਚੰਗਾ। ਕਰਮਾਂ ਦਾ ਫਲ ਕਿੱਥੇ ਲੱਗਦਾ ਹੁੰਦਾ ਵਾ? ਜਿੱਥੇ ਇਹ ਸੂਝ ਹੋਵੇ ਵੀ ਮਾੜਾ ਆ ਤੇ ਚੰਗਾ ਆ, ਤੇ ਮੈਨੂੰ ਪਤਾ ਵੀ ਆ ਮਾੜਾ ਕੀ ਆ, ਮੈਨੂੰ ਪਤਾ ਵੀ ਆ ਚੰਗਾ ਕੀ ਆ, ਤੇ ਫਿਰ ਵੀ ਮੈਂ ਢੀਠ ਹੋ ਕੇ ਮਾੜਾ ਕਰੂੰਗਾ। ਸਭ ਕੁਝ ਪਤਾ ਹੈ, ਉੱਥੇ ਕਰਮਾਂ ਦਾ ਫਲ ਲਾਗੂ ਹੋ ਜਾਂਦਾ। ਹੁਣ ਤੁਸੀਂ ਛੋਟਾ ਬੱਚਾ ਹੀ ਦੇਖੋ, ਛੋਟੇ ਬੱਚੇ ਦਾ ਕਿਉਂ ਨਹੀਂ ਕੋਈ ਗੁੱਸਾ ਕਰਦਾ? ਉਹਨੂੰ ਪਤਾ ਹੀ ਨਹੀਂ ਆ ਕੀ ਮਾੜਾ ਕੀ ਚੰਗਾ। ਉੱਤੇ ਕਰਮਾਂ ਦਾ ਫਲ ਨਹੀਂ ਲਾਗੂ ਹੁੰਦਾ। ਪਸ਼ੂ ਪੰਛੀਆਂ ਨੂੰ ਨਹੀਂ ਪਤਾ ਮਾੜਾ ਕੀ ਚੰਗਾ ਕੀ, ਉਹਨਾਂ ਦੇ ਕਰਮਾਂ ਦਾ ਫਲ ਨਹੀਂ ਲਾਗੂ ਹੁੰਦਾ। ਜੋ ਕੁਦਰਤ ਨੇ ਸੁਭਾਅ ਦਿੱਤਾ ਉਹਦੇ ਵਿੱਚ ਉਹ ਵਿਚਰਦੇ ਨੇ। ਸ਼ੇਰ ਨੂੰ ਮਾਸ ਖਾਣ ਦਾ ਦਿੱਤਾ, ਉਹਨੇ ਮਾਸ ਖਾਣਾ ਹੈ। ਹਾਥੀ ਨੂੰ ਦੂਜਾ ਸੁਭਾਅ ਦਿੱਤਾ ਹੈ, ਹਰਾ ਖਾਣ ਦਾ, ਉਹਨੇ ਉਹ ਖਾਣਾ ਹੈ। ਇਹ ਹੁੰਦਾ ਕੁਦਰਤੀ ਸੁਭਾਅ, ਇਹਨੂੰ ਕੋਈ ਨਹੀਂ ਬਦਲ ਸਕਦਾ। ਪਰ ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਉੱਤੇ ਸ਼ਰਧਾ ਰੱਖ, ਯਕੀਨ ਰੱਖ। ਪਰਮੇਸ਼ਰ ਚਾਹਵੇ ਤਾਂ ਇਹ ਕੁਦਰਤੀ ਸੁਭਾਅ ਵੀ ਬਦਲ ਸਕਦਾ ਹੈ। ਸੀਹਾਂ ਬਾਜਾਂ ਚਰਗਾਂ ਕੋਹੀਆਂ, ਇਹਨਾਂ ਖਵਾਲੇ ਘਾਹ। ਘਾਓ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਵਾਹਿਗੁਰੂ ਚਾਹਵੇ ਤੇ ਹੋ ਸਕਦਾ ਹੈ, ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਹਜ਼ਰਤ ਈਸਾ ਦੀ ਮਾਂ ਮਰੀਅਮ, ਇਹਦਾ ਜਿਹੜਾ ਪਰਿਵਾਰ ਸੀ, ਇਹਨਾਂ ਖੁਦਾ ਦੇ ਨਾਲ ਵਾਅਦਾ ਕੀਤਾ ਸੀ ਕਿ ਖੁਦਾ ਜਿਹੜੀ ਪਹਿਲੀ ਔਲਾਦ ਹੋਈ ਉਹ ਤੈਨੂੰ ਸੌਂਪਾਂਗੇ। ਖੁਦਾ ਦੇ ਨਾਲ ਇਹਨਾਂ ਦਾ ਬਚਨ ਹੋਇਆ ਸੀ। ਤੇ ਮਾਂ ਨੇ ਸੋਚਿਆ ਸੀ ਵੀ ਲੜਕਾ ਹੋਊਗਾ। ਅੱਜ ਕੱਲ੍ਹ ਵੀ ਗੁਰਦੁਆਰੇ ਲੜਕੇ ਚੜ੍ਹਾਏ ਜਾਂਦੇ ਨੇ ਵੀ ਸੇਵਾ ਕਰੋ ਪੰਥ ਦੀ। ਤਾਂ ਉਹ ਮਾਤਾ ਹੋਈ ਲੜਕੀ, ਤੇ ਉਹਨੇ ਫਿਰ ਆਖਿਆ ਵੀ ਖੁਦਾ ਹੁਣ ਇਹੀ ਤੇਰੇ ਨਾਂ। ਫਿਰ ਖੁਦਾ ਪ੍ਰਸੰਨ ਹੋਇਆ। ਜਾਂ ਇਸ ਗੱਲ 'ਚ ਕੋਈ ਭੇਦ ਹੋਵੇ ਤਾਂ ਇਹ ਈਸਾਈ ਵਿਦਵਾਨ ਜਾਣਦਾ ਹੋਊਗਾ। ਦਾਸ ਜਿਹੜੀ ਗੱਲ ਕਹਿਣੀ ਚਾਹੁੰਦਾ ਹੈ ਉਧਰ ਆਪਾਂ ਧਿਆਨ ਦੇਣਾ। ਇਹ ਇਤਿਹਾਸ ਉਹਨਾਂ ਨੂੰ ਜ਼ਿਆਦਾ ਪਤਾ ਹੈ। ਖੁਦਾ ਐਡਾ ਪ੍ਰਸੰਨ ਹੋਇਆ, ਮਰੀਅਮ ਨੂੰ ਕਹਿਣ ਲੱਗਾ ਤੈਨੂੰ ਮਾਣ ਦੇਣਾ ਵਾ, ਤੈਨੂੰ ਦੁਨੀਆ 'ਚ ਸਤਿਕਾਰ ਦੇਣਾ ਹੈ। ਤੇਰੇ ਘਰ ਦੇ ਵਿੱਚ ਇੱਦਾਂ ਦੀ ਔਲਾਦ ਲਿਆਉਣੀ ਆ ਜਿਹੜਾ ਮੇਰਾ ਨਾਮ ਜਪਾਵੇਗੀ ਸੰਸਾਰ 'ਚ। ਤੇ ਮਰੀਅਮ ਕਿੱਡੀ ਭੋਲੀ ਹੋਊਗੀ, ਕਿੱਡੀ ਪਾਕ ਜੀਵਨ ਵਾਲੀ ਹੋਊਗੀ। ਉਹਨੇ ਕੀ ਅਰਦਾਸ ਕੀਤੀ ਸੀ ਕਿ ਹੇ ਖੁਦਾ, ਮੈਂ ਤਾਂ ਕਿਸੇ ਮਰਦ ਨੂੰ ਹੱਥ ਹੀ ਨਹੀਂ ਲਾਉਣ ਦਿੱਤਾ, ਮਰਦ ਦਾ ਸਪਰਸ਼ ਹੀ ਨਹੀਂ ਆ। ਕਿਉਂ? ਖੁਦਾ ਦੇ ਨਾਂ ਤੇ ਇਹਦੀ ਅਰਦਾਸ ਹੋਈ ਸੀ। ਤੇ ਖੁਦਾ ਨੇ ਅੱਗਿਓਂ ਕੀ ਆਖਿਆ, ਜੋ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ। ਬਈ ਖੁਦਾ ਨੇ ਪਤਾ ਕੀ ਆਖਿਆ? ਖੁਦਾ ਕਹਿੰਦਾ, ਖੁਦਾ ਤੇ ਫਿਰ ਉਹੋ ਹੀ ਹੁੰਦਾ ਨਾ ਜਿਹੜਾ ਬਿਨਾਂ ਮਰਦ ਤੋਂ ਵੀ ਔਲਾਦ ਪੈਦਾ ਕਰੇ। ਨਹੀਂ ਤੇ ਔਰਤ ਤੇ ਮਰਦ ਹੋਊ ਤੇ ਔਲਾਦ ਪੈਦਾ ਹੋਊਗੀ, ਜੋ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ। ਫਿਰ ਉਹ ਖੁਦਾ ਹੀ ਕਾਹਦਾ ਹੋਇਆ? ਫਿਰ ਤੇ ਵਿਆਹ ਹੁੰਦੇ ਹੀ ਆ, ਨਿਆਣੇ ਜੰਮੀ ਜਾਂਦੇ, ਕੁਦਰਤੀ ਢਾਂਚਾ ਬਣਿਆ ਵਾ। ਘਾਹ ਤੋਂ ਘਾਹ ਪੈਦਾ ਹੋਈ ਜਾਂਦਾ, ਪਸ਼ੂਆਂ ਤੋਂ ਪਸ਼ੂ ਪੈਦਾ ਹੋਈ ਜਾਂਦੇ ਆ, ਜੀਵਾਂ ਤੋਂ ਜੀਵ ਪੈਦਾ ਹੋਈ ਜਾਂਦੇ। ਫਿਰ ਉਹ ਖੁਦਾ ਕਾਹਦਾ ਹੋਇਆ ਜੇ ਮਰਦ ਦੀ ਲੋੜ ਹੀ ਹੋਈ? ਜਿਵੇਂ ਤੂੰ ਕਹਿੰਦੇ ਮਰਦ ਦਾ ਸਪਰਸ਼ ਨਹੀਂ ਕੀਤਾ, ਜਿਹੜੀ ਔਲਾਦ ਤੇਰੇ ਘਰ ਆਊਗੀ ਉਹਦੇ ਉੱਤੇ ਵੀ ਕਿਸੇ ਔਰਤ ਦਾ ਸਪਰਸ਼ ਨਹੀਂ ਹੋਵੇਗਾ, ਕੋਈ ਮੋਹ ਨਹੀਂ ਪਵੇਗਾ, ਉਹਦੇ ਉੱਤੇ ਵੀ ਕਾਮ ਦਾ ਅਸਰ ਨਹੀਂ ਹੋਵੇਗਾ। ਕਿਉਂ? ਉਹ ਕਾਮ 'ਚੋਂ ਪੈਦਾ ਹੀ ਨਹੀਂ ਹੋਣਾ। ਹੁਣ ਇਹ ਗੱਲਾਂ ਇਹਨਾਂ ਦੇ ਗ੍ਰੰਥਾਂ 'ਚ ਲਿਖੀਆਂ।
ਜਿਹੜੇ ਸਾਇੰਸ ਨੂੰ ਮੰਨਦੇ ਨੇ ਤੇ ਦੁਨੀਆ 'ਚ ਸਭ ਤੋਂ ਵੱਧ ਤਰੱਕੀ ਵਾਲੇ ਅੰਗਰੇਜ਼ਾਂ ਦੇ ਦੇਸ਼ ਨੇ, ਤਾਂ ਗੁਰਬਾਣੀ ਕੀ ਕਹਿੰਦੀ ਆ ਭਰਾ? ਉਹ ਪਰਮੇਸ਼ਰ ਸਰਬਰੰਗੀ ਬਹੁ ਰੰਗੀ ਆ। ਹਾਲਾਂਕਿ ਕੁਦਰਤੀ ਸੁਭਾਅ ਨਹੀਂ ਕੋਈ ਬਦਲ ਸਕਦਾ। ਮਰਦ ਔਰਤ ਹੋਣਗੇ ਤੇ ਔਲਾਦ ਪੈਦਾ ਹੋਵੇਗੀ, ਇੱਕ ਦੀ ਘਾਟ ਔਲਾਦ ਨਹੀਂ ਪੈਦਾ ਕਰ ਸਕੇਗੀ। ਪਰ ਗੁਰਬਾਣੀ ਕੀ ਕਹਿੰਦੀ ਆ? ਉਹ ਕੁਦਰਤੀ ਸੁਭਾਅ ਵੀ ਭੰਨਣ ਵਾਲਾ, ਫਿਰ ਉਹ ਖੁਦਾ ਹੀ ਕਾਹਦਾ ਹੋਇਆ? ਇਹੀ ਤੇ ਉਹਦੀ ਖੁਦਾਈ ਮੰਨੀ ਜਾਂਦੀ ਹੈ। ਵੱਡਾ ਪਣ ਮੰਨਿਆ ਜਾਂਦਾ ਹੈ। ਸੀਹਾਂ ਬਾਜਾਂ ਚਰਗਾਂ ਕੋਹੀਆਂ ਇਹਨਾਂ ਖਵਾਲੇ ਘਾਹ, ਘਾਓ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਤਾਂ ਮਹਾਰਾਜ ਕਹਿੰਦੇ ਉਹ ਸਰਬਰੰਗੀ ਹੈ। ਜਾਂ ਨਮੋ ਸਰਬਰੰਗੇ, ਨਮਸਕਾਰ ਹੈ ਉਸ ਵਾਹਿਗੁਰੂ ਨੂੰ ਜਿਹੜਾ ਹਰ ਪ੍ਰਕਾਰ ਦੇ ਰੰਗ ਆਨੰਦ ਨੂੰ ਦੇਣ ਵਾਲਾ ਹੈ। ਤਿਰਭੰਗੀ ਅਨੰਗੇ, ਇਹ ਅਕਾਲ ਪੁਰਖ ਜੀ ਤੂੰ ਤਿੰਨਾਂ ਤਾਪਾਂ ਦੇ ਭੰਗੀ ਨਾਸ ਕਰਨ ਵਾਲਾ ਹੈ। ਤਿਰਭੰਗੀ, ਤਿੰਨਾਂ ਤਾਪਾਂ ਨੂੰ ਭੰਗਣ ਵਾਲਾ, ਨਾਸ ਕਰਨ ਵਾਲਾ ਹੈ। ਤੇ ਤੇਰਾ ਪੰਜ ਭੌਤਿਕ ਸਰੀਰ ਜਿਹੜਾ ਉਹ ਅਨੰਗੇ, ਜਿਵੇਂ ਸਾਡਾ ਪੰਜ ਭੌਤਿਕ ਸਰੀਰ ਹੈ ਅਨੰਗ ਹੈ, ਸਰੀਰ ਹੈ, ਹੱਥ ਹੈ, ਪੈਰ ਹੈ, ਅਵੈਵ ਹੈ, ਹਿੱਸੇ ਆ, ਇੱਦਾਂ ਵਾਹਿਗੁਰੂ ਦਾ ਸਰੀਰ ਅਨਅੰਗੇ, ਇਹ ਅੰਗਾਂ ਵਾਲਾ ਸਰੀਰ ਨਹੀਂ ਮੰਨਿਆ ਜਾਂਦਾ। ਪ੍ਰਕਾਸ਼ ਮੰਨਿਆ ਜਾਂਦਾ ਹੈ, ਜੋਤ ਮੰਨਿਆ ਜਾਂਦਾ ਹੈ। ਇੱਦਾਂ ਦਾ ਵਾਹਿਗੁਰੂ ਜੀ ਦਾ ਸਰੀਰ ਮੰਨਿਆ ਜਾਂਦਾ ਹੈ। ਜਾਂ ਤ੍ਰਿਭੰਗੀ ਅਨੰਗੇ, ਇਹ ਅਕਾਲ ਪੁਰਖ ਜੀ ਆਪ ਅਨੰਗੇ ਸੁੰਦਰ ਹੋ ਤੇ ਤ੍ਰਿਭੰਗੀ ਦੁਆਪਰ ਦੇ ਵਿੱਚ ਤੁਸੀਂ ਸ੍ਰੀ ਕ੍ਰਿਸ਼ਨ ਸਰੂਪ ਹੋ ਕੇ ਅਨੇਕ ਪ੍ਰਕਾਰ ਦੇ ਕੌਤਕ ਕੀਤੇ। ਤ੍ਰਿਭੰਗੀ ਨਾਮ ਭਗਵਾਨ ਕ੍ਰਿਸ਼ਨ ਦਾ ਹੈ। ਕਿਉਂ ਭਗਵਾਨ ਕ੍ਰਿਸ਼ਨ ਜੀ ਦਾ ਤ੍ਰਿਭੰਗੀ ਸਰੂਪ ਮੰਨਿਆ ਜਾਂਦਾ ਹੈ? ਕਿਉਂਕਿ ਭਗਵਾਨ ਕ੍ਰਿਸ਼ਨ ਤਿੰਨ ਬਲਾਂ ਵਾਲਾ ਵਾ, ਤਿੰਨਾਂ ਥਾਵਾਂ ਤੋਂ ਟੇਢਾ ਵਾ। ਇਸ ਕਰਕੇ ਜਿਹੜਾ ਤ੍ਰਿਭੰਗੀ ਸ਼ਬਦ ਆ ਨਾ, ਉਹ ਭਗਵਾਨ ਕ੍ਰਿਸ਼ਨ ਦਾ ਵਿਸ਼ੇਸ਼ਣ ਮੰਨਿਆ ਜਾਂਦਾ ਹੈ। ਜਦੋਂ ਕੋਈ ਬੰਦਾ ਬੰਸਰੀ ਵਜਾਉਂਦਾ ਨਾ, ਉਹਦੇ ਤਿੰਨ ਜਗ੍ਹਾ ਵਾਲ ਪੈਂਦੇ, ਪੇਟ, ਕਮਰ ਤੇ ਗਰਦਨ। ਵਿੰਗ ਪਾ ਕੇ ਭਗਵਾਨ ਕ੍ਰਿਸ਼ਨ ਖੜੇ ਹੁੰਦੇ ਸੀ, ਪੇਟ, ਕਮਰ ਤੇ ਗਰਦਨ, ਜਦੋਂ ਖਲੋ ਕੇ ਬਾਂਸਰੀ ਵਜਾਉਂਦੇ ਸੀ। ਇਸ ਕਰਕੇ ਤ੍ਰਿਭੰਗੀ ਦੁਆਪਰ ਦੇ ਵਿੱਚ ਇੱਕ ਰੂਪ ਧਾਰਿਆ। ਉਹ ਕਿਹੜਾ? ਤ੍ਰਿਭੰਗੀ। ਭਗਵਾਨ ਕ੍ਰਿਸ਼ਨ ਤੇ ਲੀਲਾ ਕੀਤੀਆਂ। ਨਮੋ ਜੀਵ ਜੀਵੰ, ਜਿੱਥੇ ਐਸੇ ਸਰੂਪ ਨੂੰ ਨਮਸਕਾਰ, ਉੱਥੇ ਹੇ ਅਕਾਲ ਪੁਰਖ ਜੀ ਨਮੋ ਨਮਸਕਾਰ ਹੈ। ਆਪ ਹੀ ਜੀਵਾਂ ਵਿੱਚ ਜੀਵ ਸਰੂਪ ਹੋ, ਆਪ ਹੀ ਕਿਰਪਾ ਕਰਨ ਵਾਲੇ ਹੋ। ਜਾਂ ਆਪ ਹੀ ਜੀਵ ਜੀਵਨ, ਜੀਵਾਂ ਨੂੰ ਅਸਲੀ ਜੀਵਨ ਦਾਨ ਦੇਣ ਵਾਲਾ। ਉਹ ਕਿਹੜਾ ਜੀਵਨ? ਨਾਮ ਜਪ ਕੇ ਜ਼ਿੰਦਗੀ ਬਤੀਤ ਕਰਦੇ, ਸੇਵਾ ਕਰਕੇ ਜ਼ਿੰਦਗੀ ਬਤੀਤ ਕਰਦੇ। ਕਿਉਂ ਗੁਰਬਾਣੀ ਅਨੁਸਾਰ ਮਰਣੰ ਬਿਸਰਣੰ ਗੋਬਿੰਦੈ, ਜੀਵਣੰ ਹਰਨਾਮ ਧਿਆਵੜੈ। ਆਖਾਂ ਜੀਵਾਂ ਵਿਸਰੈ ਮਰ ਜਾਓ। ਜੀਵਾਂ ਨੂੰ ਐਸਾ ਸ੍ਰੇਸ਼ਟ ਜੀਵਨ ਦੇਣ ਵਾਲੇ ਹੋ, ਐਸੀ ਕਿਰਪਾ ਕਰਨ ਵਾਲੇ ਹੋ। ਜਾਂ ਸਾਰੇ ਜੀਵ, ਇਹਨਾਂ ਦਾ ਆਧਾਰ ਆਪ ਹੋ, ਇਸ ਕਰਕੇ ਜੀਵਾਂ ਦਾ ਵੀ ਜੀਵਨ ਸਰੂਪ ਹੋ। ਨਮੋ ਬੀਜ ਬੀਜੇ, ਹੇ ਅਕਾਲ ਪੁਰਖ ਸੱਚੇ ਪਾਤਸ਼ਾਹ। ਬੀਜ ਕਹਿੰਦੇ ਕਾਰਨ, ਜਿਵੇਂ ਬੀਜ ਬੀਜੋ ਤੇ ਦਰਖਤ ਪੈਦਾ ਹੋ ਗਿਆ। ਕਾਰਨ ਕੀ ਹੋ ਗਿਆ? ਬੀਜ। ਕਾਰਜ ਕੀ ਹੋ ਗਿਆ? ਦਰਖਤ। ਤਾਂ ਹੇ ਅਕਾਲ ਪੁਰਖ ਜੀ ਆਪ ਬੀਜ ਬੀਜੇ, ਕਾਰਨਾਂ ਦਾ ਵੀ ਕਾਰਨ ਹੋ। ਕਿਉਂ ਸਾਰੀ ਵਸਤੂ, ਸਾਰੇ ਸੰਸਾਰ ਦੀ ਉਤਪੱਤੀ ਦਾ ਕਾਰਨ ਕੀ ਆ? ਪੰਜ ਤੱਤ। ਅਗਿਆਨਤਾ, ਮਾਇਆ। ਪਰ ਆਪ ਜੀ ਤਾਂ ਇਸ ਮਾਇਆ ਦਾ ਵੀ ਕਾਰਨ ਹੋ, ਪੰਜਾਂ ਤੱਤਾਂ ਦਾ ਵੀ ਕਾਰਨ ਹੋ। ਇਸ ਕਰਕੇ ਆਪ ਜੀ ਬੀਜਾਂ ਦੇ ਵੀ ਬੀਜ ਹੋ। ਆਪ ਜੀ ਨੂੰ ਨਮਸਕਾਰ ਹੈ। ਹੇ ਅਕਾਲ ਪੁਰਖ ਜੀ ਆਪ
बीजां दे बीज बीजने वाले हो, राहक स्वरूप हो, जिमींदार स्वरूप हो। आप जी दे ताई नमस्कार है। आपे धरती आपे है राहक, आप जमावै पिसावै, आप पकावै, आप भांडे दे परोसै, आपे ही बै खावै। राहक स्वरूप भी वो परमेश्वरी है। अज जिमींदार किड्डा वड्डा संघर्ष कर रहे ने, ਤਾਂ ਰਾਹਕ ਜਿਹੜਾ ਅੰਨ ਪੈਦਾ ਕਰਦਾ ਵਾ ਉਹਨੂੰ ਵੀ ਗੁਰਬਾਣੀ ਨੇ ਪਰਮੇਸ਼ਰ ਦੀ ਤੁਲਨਾ ਦਿੱਤੀ, ਕਿਉਂ? ਉਹਦੇ ਕਰਕੇ ਸਾਰਿਆਂ ਦਾ ਢਿੱਡ ਭਰਦਾ ਹੈ। ਐਸੇ ਸਰੂਪ ਤਾਈ ਵੀ ਮਹਾਰਾਜ ਜੀ ਕੀ ਕਹਿੰਦੇ ਨੇ? ਨਮਸਕਾਰ ਹੈ। ਅਖਿਜੇ ਅਭਿਜੇ, ਅਖਿਜੇ ਖਿਜਣ ਤੋਂ ਰਹਿਤ। ਅਕਾਲ ਪੁਰਖ ਕਿਸੇ ਵੀ ਕਿਰਿਆ ਨਾਲ ਖਿੱਝਦਾ ਨਹੀਂ, ਚਿੜਦਾ ਨਹੀਂ, ਰੋਸ ਨਹੀਂ ਕਰਦਾ, ਨਾਰਾਜ਼ਗੀ ਨਹੀਂ ਕਰਦਾ ਹੈ। ਉਹਦੇ ਅੰਦਰ ਇੱਦਾਂ ਕਿਸੇ ਤਰ੍ਹਾਂ ਚਿੜਚਿੜਾਪਨ ਨਹੀਂ ਪੈਦਾ ਹੁੰਦਾ। ਅਤੇ ਅਭਿਜੇ, ਜਿੱਥੇ ਖਿੱਝਦਾ ਨਹੀਂ ਸੱਜਣਾ, ਉੱਥੇ ਭਿੱਜੇ ਛੇਤੀ ਭਿੱਜਦਾ ਵੀ ਨਹੀਂ। ਜੇ ਛੇਤੀ ਉਹ ਖਿੱਝਦਾ ਨਹੀਂ ਤੇ ਏਡਾ ਸੌਖਾ ਉਹ ਭਿੱਜਦਾ ਵੀ ਨਹੀਂ। ਆ ਭਿੱਜੇ। परमेश्वर प्रेमा भगती तो बगैर विखावे दे जिन्ने मर्जी कोई कर्म करी जावे वो नहीं भेजदा है, वो तो प्रेम दे नाल ही भेजदा है। ते एक ओदी सिफत की है, ओदे अंदर क्रोध पैदा नहीं हुंदा, खिजदा नहीं, काम क्रोध तो परे है। समस्तं प्रसिजे, हे अकाल पुरख तू सबना दे प्रा भली प्रकार सिजे मिलिया होया है, हर जगह ते परिपूर्ण है। क्योंकि तू ही ताने पेटे वांग सब जगह दे विच ओत पोत है। समस्तंग प्रसिजे, हर जगह ते तू ही बैठा है। सिजे मैंने मिलिया प्रा भली प्रकार, हर थां ते आप ही परिपूर्ण हो, कोई ऐसा थां नहीं जिथे नहीं। ਜਾਂ ਫਿਰ हे अकाल पुरख तू सबना च ਰਹਿੰਦਿਆਂ ਹੋਇਆਂ ਸਿੱਜੇ ਮਿਲਣੇ ਤੋਂ ਪਰ ਪਰੇ ਹੈ। ਭਾਵ ਨਿਰਲੇਪ ਰਹਿਣਾ ਹੈ। ਬਿਨਾਂ ਭਗਤੀ, ਬਿਨਾਂ ਕਮਾਈ, ਬਿਨਾਂ ਸਿਮਰਨ ਨਹੀਂ ਮਿਲਦਾ। ਭਾਵੇਂ ਕਿ ਬੈਠਾ ਤੇ ਸਾਰੇ ਸਰੀਰਾਂ 'ਚ ਹੀ ਹੈ, ਪਰ ਬਿਨਾਂ ਸਿਮਰਨ ਭਜਨ ਤੋਂ ਤੇਰੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸਿੱਜੇ ਮਿਲਣ ਤੋਂ ਪਰ ਪਰੇ ਹੈ ਉਹ ਵਾਹਿਗੁਰੂ ਪਰਮੇਸ਼ਰ ਜੀ। किरपालं स्वरूपे कुकर्मं प्रणासी। हे अकाल पुरख जी, किरपालंग स्वरूपे, किरपा दे करन वाले किरपालू स्वरूप हो, तरस करन वाले हो। ते हर प्रकार दे कुकर्म पापां दे ताई नाश करन वाले हो, पापां नूं खत्म करन वाले हो। सदा सर्वदा रिद सिद्धं निवासी। हे अकाल पुरख जी, सदा हमेशा तो ही सर्वदा सारे समयां दे विच रिद्धियां सिद्धियां दा निवास स्थान हो। जदों तेरे प्यारे चाहण अपने प्यारे भगतां नूं सेवा सिमरन बदले रिद्धियां सिद्धियां दियां दातां बख्शिश करन वाले हो, किरपा करन वाले हो। रिद्ध सिद्ध नवनिध जाके अमृता प्रवाह, आद अंते मद पूर्ण ऊचम अगम अगाह, ऊच अगम अगाह। ऐसी किरपा करन वाले हो। रिद्ध सिद्ध दा घर हो। जिन्ने तेरी भगती कीती उहदे अगे रिद्धियां सिद्धियां हथ जोड़ के खलोतियां रहिंदियां ने। इत्थे धन गुरु गोबिंद सिंह महाराज इस पवित्र छंद की संपूर्णता करते ने। होइयां भुलां चुकां दी माफ़ी। अगे वास्ते सारी संगत ने सुमत बख्शड़ी जी 73 पौड़ियां तक इत्थे कथा जिहड़ी है वो संपूर्ण हुई है। आओ हुण इत्थे ही इस पवित्र छंद की समाप्ति करिए। सतगुरु किरपा करन लेखै कते न छूटी है। खिन खिन भूलन हार, बख्शन हार बख्श लै, नानक पार उतार। किरपालं स्वरूपे कुकर्मं प्रणासी। सदा सर्वदा रिद्ध सिद्धं निवासी। वाहिगुरु जी का खालसा, वाहिगुरु जी की फतेह।